ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਇਹ ਜੋ ਵਿਸ਼ਾ ਆ, ਇਹ ਸਾਰੇ ਪੰਜਾਬ ਦੇ ਔਰ ਪੰਜਾਬ ਤੋਂ ਬਾਹਰ ਬੈਠੇ ਹੋਏ ਪੰਜਾਬੀਆਂ ਦੇ ਔਰ ਖੇਤੀ ਨਾਲ ਜੁੜੇ ਹੋਏ ਖੇਤੀ ਕਰਨ ਵਾਲਿਆਂ ਦੇ ਔਰ ਜਾਂ ਖੇਤੀ ਦੇ ਸੰਬੰਧੀ ਐਨਾਲਿਸਿਸ ਕਰਨ ਵਾਲਿਆਂ ਦੇ ਚੇਤਨਾ ਦੇ ਵਿੱਚ ਉਭਰਿਆ ਹੋਇਆ। ਇਹਦੇ 'ਤੇ ਬਹੁਤ ਕੁਛ ਲਿਖਿਆ, ਪੜ੍ਹਿਆ, ਬੋਲਿਆ ਜਾ ਰਿਹਾ, ਸੁਣਿਆ ਜਾ ਰਿਹਾ। ਬਹੁਤ ਸਾਰੀਆਂ ਗੱਲਾਂ ਤੋਂ ਤੁਸੀਂ ਵਾਕਫ ਹੋ। ਇਸ ਕਰਕੇ ਮੈਂ ਸਿੱਧਾ ਆਪਣੀ ਗੱਲਬਾਤ ਸ਼ੁਰੂ ਕਰਦਾ ਹੋਇਆ ਇਹ ਗੁਜ਼ਾਰਿਸ਼ ਕਰਦਾ ਤੁਹਾਨੂੰ ਕਿ ਜਿਹੜਾ ਇਹ ਪੰਜਾਬ ਦੇ ਵਿੱਚ ਖੇਤੀਬਾੜੀ ਮਾਡਲ ਦੀ ਗੱਲ ਹੋ ਰਹੀ ਆ, ਪੰਜਾਬ ਕੇਂਦਰਿਤ ਖੇਤੀਬਾੜੀ ਢਾਂਚਾ ਉਸਾਰਨ ਦੀ, ਉਹਦੇ ਵਿੱਚ ਦੋ ਪੱਖ ਮੇਜਰ ਨੇ। ਇੱਕ ਤਾਂ ਹੈਗਾ ਕਿ ਖੇਤੀਬਾੜੀ, ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹਦੀ ਇਕਨੋਮਿਕਸ ਦੀਆਂ ਚੀਜ਼ਾਂ ਨੇ। ਹੋਰ ਦੂਸਰਾ ਹੈਗਾ ਆ ਜਿਹੜਾ ਇਹਦਾ ਪੰਜਾਬ ਦਾ ਕਲਚਰਲ ਅਤੇ ਹਿਸਟੋਰੀਕਲ ਆਸਪੈਕਟ ਹੈ, ਜਿਹੜਾ ਖੇਤੀ ਦੇ ਨਾਲ ਹੀ ਜੁੜਿਆ ਹੋਇਆ। ਇਹਨਾਂ ਦੋਵਾਂ ਗੱਲਾਂ ਨੂੰ ਇਕੱਠਿਆਂ ਰੱਖ ਕੇ ਦੋਵਾਂ ਦੇ ਸੰਤੁਲਨ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾਏਗੀ, ਉਹੀ ਜ਼ਿਆਦਾ ਬਿਹਤਰ ਹੱਲ ਵਾਲੇ ਪਾਸੇ ਸਾਨੂੰ ਲੈ ਕੇ ਜਾਵੇਗੀ। ਤੋ ਜਿੰਨੇ ਵੀ ਵਿਦਵਾਨਾਂ ਸੱਜਣਾ ਨੇ ਇਸ ਦਿਸ਼ਾ ਦੇ ਵਿੱਚ ਅੱਗੇ ਚੱਲ ਕੇ ਕਰਨਾ ਹੈ, ਤਾਂ ਉਹਨਾਂ ਦੇ ਲਈ ਮੇਰੀ ਇਹ ਗੁਜ਼ਾਰਿਸ਼ ਹੋਏਗੀ ਕਿ ਇਹਨਾਂ ਚੀਜ਼ਾਂ 'ਤੇ ਜ਼ਰੂਰ ਕੰਸਨਟਰੇਟ ਕੀਤਾ ਜਾਵੇ ਕਿ ਜਿਹੜੀ ਵੀ ਗੱਲਬਾਤ ਅਸੀਂ ਪੰਜਾਬ ਦੇ ਐਗਰੀਕਲਚਰਲ ਆਸਪੈਕਟਸ ਦੇ ਵਿੱਚ ਲਿਆ ਕੇ ਆਉਣੀ ਆ, ਉਹਦੇ ਨਾਲ ਪੰਜਾਬ ਦੀ ਜਿਹੜੀ ਹਿਸਟੋਰੀਕਲ ਅਤੇ ਕਲਚਰਲ ਬੈਕਗਰਾਊਂਡ ਹੈ ਅਤੇ ਉਹਦੇ ਸਾਹਮਣੇ ਹੁਣ ਮੌਜੂਦਾ ਸਮੇਂ ਕੀ ਜਿਹੜੀਆਂ ਚੁਣੌਤੀਆਂ ਮੌਜੂਦ ਨੇ ਅਤੇ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਣਾ, ਇਕੱਠਾ ਹੀ ਚੱਲਣਾ ਹੈ ਦੋਵਾਂ ਦਾ। ਕਿਉਂਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਚੇਂਜ ਆਈ ਆ, ਉਹ ਕਲਚਰਲ ਅਤੇ ਹਿਸਟੋਰੀਕਲ ਚੇਂਜ ਵੀ ਹੈ, ਜਿਵੇਂ ਫਾਹੁਲਮੀਤ ਸਿੰਘ ਹੁਣੀ ਦੱਸ ਰਹੇ ਸੀਗੇ। ਇਹ ਬੜਾ ਵੱਡਾ ਇੱਕ ਇਸ਼ੂ ਆਸਪੈਕਟ ਆ। ਦੂਸਰੀ ਬੇਨਤੀ ਇਹ ਆ ਵੀ ਜਿਹੜਾ ਵੀ ਹੁਣ ਚੱਲ ਰਿਹਾ ਐਨਾਲਿਸਿਸ ਆ, ਉਹਦੇ ਵਿੱਚ ਦੋ ਤਰ੍ਹਾਂ ਦਾ ਮੈਂ ਮਹਿਸੂਸ ਕੀਤਾ ਐਨਾਲਿਸਿਸ। ਇੱਕ ਹੈਗਾ ਆ ਐਥੀਕਲ ਪ੍ਰੀਚਿੰਗ ਵਾਲਾ ਐਨਾਲਿਸਿਸ, ਜਾਂ ਐਥੀਕਲ ਪ੍ਰੀਚਿੰਗ ਹੋ ਰਹੀ ਹੈ ਸਿੱਧੀ, ਵੀ ਕਿਸਾਨ ਜਿਹੜਾ ਆ ਉਹ ਲਾਲਚੀ ਨਾ ਹੋਵੇ, ਕਿਸਾਨ ਹੀ ਜਿਹੜਾ ਆ ਉਹ ਪਰਾਲੀ ਨੂੰ ਅੱਗ ਨਾ ਲਾਵੇ, ਕਿਸਾਨ ਹੀ ਇਹ ਸਾਰਾ ਕੁਛ ਕਰੇ। ਤਾਂ ਉਹਨੂੰ ਐਥੀਕਲ ਪ੍ਰੀਚਿੰਗ ਦੇ ਨੁਕਤੇ ਤੋਂ ਬਹੁਤ ਚੀਜ਼ਾਂ ਸੁੱਟੀਆਂ ਜਾ ਰਹੀਆਂ ਬਹੁਤ ਸਾਰੀਆਂ ਧਿਰਾਂ ਵੱਲੋਂ। ਦੂਸਰਾ ਹੈਗਾ ਆ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਕਿ ਇਹ ਜਿਹੜੀ ਐਗਰੀਕਲਚਰ ਆ ਇਹ ਘਾਟੇਮੰਦ ਦਾ ਸੌਦਾ ਆ, ਜਾਂ ਇੱਕ ਐਸਾ ਸ਼ੋਭਾ ਆ, ਐਸਾ ਪੇਸ਼ਾ ਆ, ਐਸਾ ਖੇਤਰ ਆ ਜਿਹੜਾ ਹੁਣ ਲਾਭਵੰਦ ਨਹੀਂ ਰਿਹਾ। ਅਤੇ ਇਹ ਦੋਵਾਂ ਚੀਜ਼ਾਂ ਦੇ ਪ੍ਰਤੀ ਸਾਨੂੰ ਬੜੀ ਬੈਲੈਂਸਡ ਅਪਰੋਚ ਬਣਾਉਣ ਦੀ ਲੋੜ ਆ ਕਿ ਜੇ ਖੇਤੀ ਵਾਕਈ ਲਾਹੇਵੰਦ ਦਾ ਧੰਦਾ ਨਹੀਂ ਹੈ ਅਤੇ ਕਾਰਪੋਰੇਟ ਸੈਕਟਰ ਫਿਰ ਇਹਦੇ ਵਿੱਚ ਕਿਉਂ ਆਉਣਾ ਚਾਹੁੰਦਾ ਹੈ। ਅਤੇ ਇਹ ਨੈਰੇਟਿਵ ਜਿਹੜਾ ਆ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਸੈੱਟ ਕੀਤਾ ਹੋਇਆ ਹੈ। ਸਕੂਲ ਕਾਲਜਿਸ ਦੇ ਵਿੱਚ ਜਦੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਅਤੇ ਉੱਥੇ ਜਿਹੜੀ ਸਾਡੀ ਸੁਸਾਇਟੀ ਦੀ ਬਹੁ ਗਿਣਤੀ ਹੁੰਦੀ ਆ, ਉਹ ਐਨਾਲੀਟੀਕਲ ਤਰੀਕਿਆਂ ਨਾਲ, ਅਕਵਾਇਰਡ ਨੌਲੇਜ ਨਾਲ ਆਪਣੇ ਜ਼ਿੰਦਗੀ ਬਾਰੇ ਓਪੀਨੀਅਨਸ ਨਹੀਂ ਬਣਾਉਂਦੀ। ਉਹ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਹੁੰਦੀਆਂ, ਜਿਹੜੀ ਫੋਕ ਵਿਜ਼ਡਮ ਚੱਲ ਰਹੀ ਹੁੰਦੀ, ਉਹਦੇ ਹਿਸਾਬ ਨਾਲ ਆਪਣੀਆਂ ਧਾਰਨਾਵਾਂ ਜ਼ਿੰਦਗੀ ਬਾਰੇ ਬਣਾਉਂਦੀ ਹੈ। ਅਤੇ ਉਹਦੇ ਵਿੱਚ ਇੱਕ ਧਾਰਨਾ ਆ ਵੀ ਜੇ ਬੰਦਾ ਪੜ੍ਹ ਲਿਖ ਜਾਵੇ ਤਾਂ ਉਹ ਤਰੱਕੀ ਕਰਦਾ, ਨਹੀਂ ਤਾਂ ਵਾਹੀ ਜੋਗਾ ਰਹਿ ਜਾਂਦਾ। ਅਤੇ ਉੱਥੇ ਵਾਹੀ ਨੂੰ ਹੇਠਲੇ ਦਰਜੇ 'ਤੇ ਰੱਖ ਕੇ ਵਿਚਾਰਿਆ ਜਾ ਰਿਹਾ। ਇਹ ਵੀ ਉਸ ਨੈਰੇਟਿਵ ਦਾ ਹਿੱਸਾ ਆ ਇੱਕ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜਿਹੜੀ ਕਾਰਪੋਰੇਟ ਵਰਲਡ ਦੀ ਅਪਰੋਚ ਆ, ਉਹ ਵੱਧ ਤੋਂ ਵੱਧ ਇਹੀ ਆ ਵੀ ਜਿਹੜਾ ਪੰਜਾਬ ਦੇ ਰਿਸੋਰਸਿਸ ਹੈਗੇ ਆ, ਇਹਨਾਂ ਨੂੰ ਆਪਣੇ ਕਬਜ਼ੇ ਹੇਠ ਲਿਆਂਦਾ ਜਾਵੇ। ਜਿਹੜੀ ਸ਼ੌਕ ਡਾਕਟਰਾਈਨ ਦੇ ਵਿੱਚ ਵੀ ਇਹ ਸਿੱਧੀ ਲਿਖੀ ਹੋਈ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਪੈਂਡੈਮਿਕ ਜਾਂ ਕੋਈ ਕੁਦਰਤੀ ਆਫਤਾਂ ਵਾਲਾ ਸਮਾਂ ਆਉਂਦਾ ਹੈ, ਉਸ ਵੇਲੇ ਹੀ ਇਹ ਜ਼ਿਆਦਾ ਐਕਟਿਵ ਹੁੰਦੇ ਨੇ ਜਿਹੜੇ ਕਾਰਪੋਰੇਟ ਵਰਲਡ ਦੇ ਬੰਦੇ ਆ। ਅਤੇ ਉਸ ਵੇਲੇ ਐਕਟਿਵ ਹੋ ਕੇ ਉਹ ਕਾਨੂੰਨ ਬਣਵਾ ਲੈਂਦੇ ਨੇ, ਅਤੇ ਹੌਲੀ ਹੌਲੀ ਉਹ ਰੂਲ ਆਫ ਲਾ ਦੇ ਨਾਲ ਹੌਲੀ ਹੌਲੀ ਉਹ ਇੰਪਲੀਮੈਂਟ ਕਰਕੇ ਉੱਥੇ ਆਪਣਾ ਪੱਕਾ ਆਧਾਰ ਬਣਾ ਲੈਂਦੇ ਨੇ। ਤਾਂ ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਆ, ਉਹ ਬਿਹਤਰੀਨ ਕੁਦਰਤੀ ਸਰੋਤ ਆ। ਦੁਨੀਆ ਦੇ ਵਿੱਚ ਇੰਨੇ ਇਕੱਠੇ ਕੁਦਰਤੀ ਸਰੋਤ ਔਰ ਇੰਨੀ ਸਹੂਲਤ ਵਾਲੀ ਐਗਰੀਕਲਚਰ ਹੋਰ ਕਿਸੇ ਜਗ੍ਹਾ 'ਤੇ ਨਹੀਂ ਲੱਭੀ। ਜ਼ਮੀਨ ਉਪਜਾਊ ਆ,
ਤੇ ਅਸ਼ੋਰਡ ਇਰੀਗੇਸ਼ਨ ਹੈ, ਇਲੈਕਟ੍ਰੀਫਿਕੇਸ਼ਨ ਹੈ, ਸਾਰੇ ਪਾਸੇ ਬਿਜਲੀ, ਪਾਣੀ ਤੇ ਜ਼ਮੀਨ ਇਹ ਉਪਲਬਧ ਹੈ ਪੰਜਾਬ ਦੇ ਵਿੱਚ। ਇੰਨਾ ਇਕੱਠਾ ਸਾਰਾ ਕੁਛ ਹੋਰ ਬਹੁਤ ਸਾਰੇ ਵੱਡਿਆਂ ਮੁਲਕਾਂ ਕੋਲ ਵੀ ਨਹੀਂ ਹੈ। ਜਾਂ ਤਾਂ ਉਹਨਾਂ ਕੋਲ ਪਾਣੀ ਬਹੁਤ ਡੂੰਘਾ ਹੈ, ਜਾਂ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਸਾਰੀ ਸਹੂਲਤ ਨਹੀਂ ਹੈ, ਮੰਡੀਕਰਨ ਦਾ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ। ਉੱਥੇ ਪ੍ਰਾਈਵੇਟਾਈਜੇਸ਼ਨ ਦਾ ਬਹੁਤ ਮਤਲਬ ਉੱਥੇ ਆਧਾਰ ਹੈ, ਲੋੜਾਂ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਸਾਹਮਣੇ ਪੰਜਾਬ ਜਿਹੜਾ ਆ, ਜਾਂ ਪੰਜਾਬ ਦਾ ਜਿਹੜਾ ਕਿਸਾਨ ਆ, ਉਹ ਬੜਾ ਨਿਤਾਣਾ ਹੋ ਕੇ ਖੜ੍ਹਾ ਆ। ਕਿਉਂਕਿ ਕਿਸਾਨ ਨੇ ਆਪਣਾ ਸਾਰਾ ਜ਼ੋਰ ਉਤਪਾਦਨ 'ਤੇ ਲਾਇਆ ਆ, ਖੇਤੀ ਜਿਣਸਾਂ ਨੂੰ ਪੈਦਾ ਕਰਨ 'ਤੇ ਲਾਇਆ ਆ। ਪਰ ਉਹਦੇ ਨਾਲ ਜੁੜਵੀਆਂ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਗਿਆਨ ਦੀਆਂ, ਉਹਦੇ 'ਤੇ ਉਸ ਤਰ੍ਹਾਂ ਕਿਸਾਨ ਦੀ ਭਾਵਨਾ ਲੈ ਕੇ ਕੰਮ ਨਹੀਂ ਹੋਇਆ। ਲੰਬੇ ਸਮੇਂ ਤੋਂ ਸਾਡੇ ਜਿਹੜੇ ਅਕੈਡਮਿਕ ਇੰਸਟੀਟਿਊਸ਼ਨਸ ਨੇ, ਉਹ ਵੀ ਜਿਵੇਂ ਪਹੁਲਮੀਤ ਨੇ ਵੀ ਦੱਸਿਆ, ਜਾਂ ਮਲਕੀਤ ਸਿੰਘ ਇੱਥੇ ਗੱਲ ਕਰ ਰਹੇ ਸੀਗੇ, ਕਿ ਜਿਹੜਾ ਰੂਲ ਆਫ ਲਾ ਆ, ਜਾਂ ਜਿਹੜੀ ਇੱਥੋਂ ਦੀ ਹਕੂਮਤ ਆ, ਉਹਦੇ ਹਿਸਾਬ ਨਾਲ ਪੋਲਿਸੀਜ਼ ਬਣਦੀਆਂ ਨੇ, ਉਹਦੇ ਹਿਸਾਬ ਨਾਲ ਹੀ ਸਾਡੀਆਂ ਜਿਹੜੀਆਂ ਅਕੈਡਮਿਕ ਇੰਸਟੀਟਿਊਸ਼ਨਸ ਨੇ ਉਹ ਕੰਮ ਕਰਦੀਆਂ ਨੇ, ਉਹਦੇ ਹਿਸਾਬ ਨਾਲ ਕਲਚਰਲ ਪੈਟਰਨ ਸੈੱਟ ਹੁੰਦੇ ਨੇ। ਅਤੇ ਇਸ ਕਰਕੇ ਕਿਸਾਨ ਦੇ ਹੱਥ ਵਿੱਚ ਬਹੁਤਾ ਕੁਝ ਹੈ ਨਹੀਂ। ਕਿਸਾਨ ਇਸ ਵੱਡੇ ਸਿਸਟਮ ਦੇ ਸਾਹਮਣੇ ਨਿਤਾਣਾ ਖੜ੍ਹਾ ਆ। ਭਾਵਨਾ ਦੇ ਤੌਰ 'ਤੇ ਸਾਰੇ ਕਿਸਾਨ ਇੱਕ ਦੂਸਰੇ ਨਾਲ ਜੁੜੇ ਹੋਏ ਨੇ, ਪਰ ਵਿਜ਼ਨ ਦੇ ਤੌਰ 'ਤੇ ਸਾਡੀ ਇਸ ਕਿਸਾਨੀ ਦੇ ਵਿੱਚ ਜਿਹੜਾ ਆ ਉਹ ਬਹੁਤ ਵੱਡੇ ਗੈਪਸ ਨੇ। ਸਾਰੇ ਆਪਾਂ ਇੱਕ ਮਤ, ਇੱਕ ਤਰੀਕੇ ਨਾਲ ਸੋਚਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ 'ਤੇ ਚੱਲ ਨਹੀਂ ਰਹੇ। ਪਿਛਲੇ ਸਮੇਂ ਦੌਰਾਨ ਕੁਛ ਇੱਕ ਚੀਜ਼ਾਂ ਡਿਸਕਸ਼ਨ ਦੇ ਰਾਹੀਂ ਜਾਂ ਕੁਛ ਚੀਜ਼ਾਂ ਸਾਡੇ ਸਾਹਮਣੇ ਆਈਆਂ, ਜਿਹੜੀਆਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਕਿ ਜਿਹੜਾ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਹੈ, ਉਹਦੇ ਵਿੱਚ ਜੇ ਅਸੀਂ ਸੰਵਾਦ ਦੇ ਤਰਫੋਂ ਕੁਛ ਕੰਟਰੀਬਿਊਟ ਕਰਨਾ ਹੋਵੇ, ਕੁਛ ਨੁਕਤੇ ਦੱਸਣੇ ਹੋਣ ਵੀ ਪੰਜਾਬ ਦਾ ਖੇਤੀਬਾੜੀ ਮਾਡਲ ਕਿਸ ਤਰ੍ਹਾਂ ਦਾ ਹੋ ਸਕਦਾ ਆ, ਤਾਂ ਉਹਦਾ ਜਿਹੜਾ ਸਭ ਤੋਂ ਪਹਿਲਾ ਅਤੇ ਅਹਿਮ ਨੁਕਤਾ ਆ ਉਹ ਹੈਗਾ ਆ ਕਿ ਜਿਹੜੇ ਕਿਸਾਨ ਖੁਦ ਖੇਤੀ ਕਰਦੇ ਨੇ, ਕਿਸਾਨ ਖੁਦ ਖੇਤੀ ਕਰੇ। ਇਹ ਪੰਜਾਬ ਦੇ ਖੇਤੀਬਾੜੀ ਮਾਡਲ ਦੀ ਪਹਿਲੀ ਮੱਦ ਹੈ, ਜਾਂ ਪਹਿਲੀ ਉਹਦੀ ਚੀਜ਼ ਹੈ, ਪਹਿਲਾ ਨੁਕਤਾ ਹੈ। ਇਸ ਤੋਂ ਬਿਨਾਂ ਆਪਾਂ ਅੱਗੇ ਗੱਲ ਨਹੀਂ ਕਰ ਸਕਦੇ। ਅਤੇ ਖੁਦ ਖੇਤੀ ਕਰਨ ਵਾਲੇ ਜਿਹੜੇ ਕਿਸਾਨ ਨੇ, ਉਹਨਾਂ ਦੀ ਗਿਣਤੀ ਵੀ ਜ਼ਿਆਦਾ ਹੈ, ਛੋਟੇ ਕਿਸਾਨ ਜਿਹੜੇ ਨੇ। ਅਤੇ ਇਸ ਮਾਡਲ ਦੀ ਲੋੜ ਵੀ ਉਹਨਾਂ ਨੂੰ ਜ਼ਿਆਦਾ ਹੈ। ਜਿਹੜਾ ਬਹੁਤ ਵੱਡਾ ਕਿਸਾਨ ਆ, ਉਹ ਆਲਰੇਡੀ ਖੇਤੀ ਤੋਂ ਬਾਹਰ ਹੋਈ ਜਾ ਰਿਹਾ, ਅਤੇ ਉਹਨਾਂ ਨੇ ਹੋਰ ਤਰੀਕੇ ਲੱਭੇ ਹੋਏ ਨੇ ਖੇਤੀ ਕਰਨ ਦੇ। ਤਾਂ ਜਦ ਤੱਕ ਅਸੀਂ ਕਿਸਾਨ ਖੁਦ ਖੇਤੀ ਕਰੇ ਵਾਲੀ ਗੱਲ ਤੋਂ ਸ਼ੁਰੂ ਨਹੀਂ ਕਰਦੇ, ਤਦ ਤੱਕ ਅਸੀਂ ਜਿਹੜੀ ਇਹ ਕੰਟਰੈਕਟ ਫਾਰਮਿੰਗ ਆ, ਇਹਦੇ ਸੰਬੰਧੀ ਬਹੁਤ ਡਿਟੇਲਡ ਅਤੇ ਡੀਪ ਐਨਾਲਿਸਿਸ ਜਿਹੜਾ ਆ, ਉਹਦੇ ਵਿੱਚ ਕੋਈ ਚੰਗੇ ਸਿੱਟੇ ਨਹੀਂ ਕੱਢ ਸਕਾਂਗੇ। ਅਤੇ ਪਹਿਲੀ ਨੁਕਤਾ ਜਿਹੜਾ ਆ ਪੰਜਾਬ ਕੇਂਦਰਿਤ ਖੇਤੀਬਾੜੀ ਦਾ ਇਹ ਆ ਕਿ ਇਹ ਹੈਗਾ ਆ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਨੇ ਖੇਤੀ ਆਪ ਕਰਨੀ ਹੈ। ਤਾਂ ਇਸ ਮਾਡਲ ਦੀ ਡਿਮਾਂਡ ਵੀ ਹੋਏਗੀ, ਅਤੇ ਇਹਦੀ ਨੀਂਹ ਇੱਥੋਂ ਸ਼ੁਰੂ ਹੋਏਗੀ, ਕਿਸਾਨ ਖੁਦ ਖੇਤੀ ਕਰੇ। ਅਤੇ ਇਹ ਕੰਟਰੈਕਟ ਫਾਰਮਿੰਗ ਦਾ ਪੱਕਾ ਵਿਰੋਧ ਇਸ ਰਾਹੀਂ ਦਰਜ ਕੀਤਾ ਜਾ ਸਕਦਾ, ਅਤੇ ਇਹੀ ਇਹਦਾ ਇੱਕ ਤਰੀਕਾ ਹੈ। ਦੂਸਰਾ ਆ ਕਿ ਹੁਣ ਦੀ ਜੋ ਇਕਨੋਮਿਕ ਸਿਚੁਏਸ਼ਨ ਬਣ ਚੁੱਕੀ ਆ, ਸਾਡੀਆਂ ਜੋ ਲੀਹਾਂ ਅਤੇ ਤਰਜੀਹਾਂ ਬਣ ਗਈਆਂ ਨੇ ਜ਼ਿੰਦਗੀ ਜਿਉਣ ਦੀਆਂ, ਉਹਦੇ ਵਿੱਚ ਜਿਹੜੀ ਖੇਤੀ ਹੈ ਉਹ ਛੋਟੇ ਕਿਸਾਨ ਦੇ ਲਈ ਖਾਸ ਤੌਰ 'ਤੇ ਉਹ ਆਮਦਨ ਦਾ ਮੁੱਢਲਾ ਸਰੋਤ ਨਹੀਂ ਰਹੇਗੀ, ਅਤੇ ਇਸ ਵੇਲੇ ਵੀ ਨਹੀਂ ਹੈ। ਇਸ ਕਰਕੇ ਖੇਤੀ ਨੂੰ ਆਮਦਨ ਦਾ ਦੂਜੇ ਦਰਜੇ ਦਾ ਸਰੋਤ ਮੰਨਣਾ ਪਏਗਾ, ਅਤੇ ਪਹਿਲੇ ਦਰਜੇ ਦਾ ਸਰੋਤ ਉਹਨੂੰ ਖੇਤੀ ਤੋਂ ਬਣੀਆਂ ਵਸਤਾਂ ਦਾ ਅੱਗੇ ਪ੍ਰੋਸੈਸ ਕਰਕੇ ਜੋ ਉਹ ਕਰ ਸਕਦਾ ਹੈ, ਜਾਂ ਸਹਾਇਕ ਧੰਦੇ ਅਪਣਾ ਕੇ ਜੋ ਕਰ ਸਕਦਾ ਹੈ, ਉਹ ਕਰਨਾ ਪਏਗਾ। ਇਹ ਇਸ ਖੇਤੀਬਾੜੀ ਮਾਡਲ ਦੀ ਦੂਜੀ ਮੱਦ ਜਾਂ ਦੂਜਾ ਆਸਪੈਕਟ ਹੋ ਸਕਦਾ ਆ। ਇਹ ਸਾਰਾ ਸਟਰਕਚਰ ਲਿਖਤੀ ਰੂਪ ਵਿੱਚ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਇਹ ਹੁਣ ਤੱਕ ਦਾ ਜੋ ਹੈ ਉਹਦੇ ਵਿੱਚੋਂ ਮੈਂ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹ ਦੋ ਬਹੁਤ ਜ਼ਰੂਰੀ ਆਸਪੈਕਟ ਨੇ, ਇਹਨਾਂ ਤੋਂ ਲਾਂਭੇ ਜਾ ਕੇ ਗੱਲ ਸ਼ੁਰੂ ਨਹੀਂ ਹੋ ਸਕਦੀ। ਇਹ ਮੁੱਢਲੀਆਂ ਚੀਜ਼ ਹੈ, ਅਤੇ ਇਹਦੀ ਮਹੱਤਤਾ ਵੀ ਹੈ। ਇਹਦੀ ਮਹੱਤਤਾ ਇਸ ਨੁਕਤੇ ਤੋਂ ਵੀ ਹੈ ਕਿ ਜਿਹੜੀਆਂ ਪਹਿਲਾਂ ਮੈਂ ਦੋ ਗੱਲਾਂ ਕੀਤੀਆਂ ਆ, ਕਿ ਹੁਣ ਦਾ ਜਿਹੜਾ ਸਾਡਾ ਨੌਜਵਾਨ ਆ ਉਹ ਖੇਤੀ ਤੋਂ ਦੂਰ ਵੀ ਹੋ ਰਿਹਾ, ਕਿਉਂਕਿ ਉਹਦੇ ਮਨ ਵਿੱਚ ਇਹ ਗੱਲ ਬਹਿ ਗਈ ਆ, ਅਤੇ ਇਹ ਗੱਲ ਦੇ ਵਿੱਚ ਸੱਚਾਈ ਵੀ ਆ ਕਿ ਖੇਤੀ ਇਸ ਵਕਤ ਜਿਵੇਂ ਦੇ ਤਰੀਕਿਆਂ ਨਾਲ ਅਸੀਂ ਖੇਤੀ ਕਰ ਰਹੇ ਹਾਂ, ਉਵੇਂ ਉਹ ਲਾਹੇਵੰਦ ਨਹੀਂ ਵੀ ਆ।
ਜਾਂ ਜੇ ਉਹ ਲਾਹੇਵੰਦ ਹੈ ਤਾਂ ਉਹ ਉਸ ਮੁਕਾਬਲੇ ਦੀ ਨਹੀਂ ਹੈ ਜਿਸ ਤਰ੍ਹਾਂ ਦੀਆਂ ਮਟੀਰੀਅਲ ਦੀਆਂ ਸਾਡੇ ਐਸਪੀਰੇਸ਼ਨਸ ਬਣ ਚੁੱਕੀਆਂ ਨੇ, ਅਤੇ ਉਹਦੇ ਮੁਕਾਬਲੇ 'ਤੇ ਨਹੀਂ ਲੈ ਕੇ ਜਾਂਦੀ। ਉਹ ਚੀਜ਼ਾਂ ਜੋ ਸੁਪਨੇ ਨੇ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਇਹਦੇ 'ਚੋਂ ਕਾਫੀ ਨਹੀਂ ਹੈ। ਅਤੇ ਤੀਸਰਾ ਨੁਕਤਾ ਹੈਗਾ ਆ ਇਹਦੇ ਵਿੱਚ ਜਿਹੜੀ ਟੈਕਨੋਲੋਜੀਕਲ ਇਨਪੁੱਟ ਆ ਜਿਹੜੀ ਸਾਡੀ ਯੂਨੀਵਰਸਿਟੀ ਨੇ ਦੇਣੀ ਹੈ। ਯੂਨੀਵਰਸਿਟੀ ਨੇ ਜਿਹੜੀ PAU ਆ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ, ਉਹਦੇ 'ਚ ਬਹੁਤ ਸਿਆਣੇ ਤਜਰਬੇਕਾਰ ਵਿਗਿਆਨੀ ਬੈਠੇ ਨੇ, ਪੰਜਾਬ ਦਾ ਭਲਾ ਚਾਹੁਣ ਵਾਲੇ ਵਿਗਿਆਨੀ ਵਿਦਵਾਨ ਜੀਨੀਅਸ ਬੰਦੇ ਬੈਠੇ ਨੇ, ਅਤੇ ਉਹਨਾਂ ਦੀ ਜਿਹੜੀ ਟੈਕਨੋਲੋਜੀਕਲ ਇਨਪੁੱਟ ਆ ਉਸ ਇਨਪੁੱਟ ਤੋਂ ਵੀ ਅਸੀਂ ਪੂਰਾ ਜਿਹੜਾ ਲਾਭ ਉਹ ਇਸ ਵੇਲੇ ਨਹੀਂ ਲੈ ਰਹੇ, ਅਤੇ ਇਸ ਮਾਡਲ ਦੇ ਵਿੱਚ ਉਹਦੀ ਇੱਕ ਸਤਿਕਾਰਯੋਗ ਥਾਂ ਹੋਣੀ ਚਾਹੀਦੀ ਹੈ, ਤਾਂ ਹੀ ਇਹਦਾ ਬੈਲੈਂਸ ਬਣ ਸਕਦਾ। ਜਿਹੜੀਆਂ ਇੰਟਰਨੈਸ਼ਨਲ ਚੀਜ਼ਾਂ ਇਸ ਤਰ੍ਹਾਂ ਦੇ ਮਾਡਲ ਵਿੱਚ ਪੜ੍ਹੀਆਂ ਹੁੰਦੀਆਂ ਆ, ਯੂਨੀਵਰਸਿਟੀ ਕਲਚਰ ਵਿੱਚ ਜਿਹੜੀਆਂ ਪੜ੍ਹੀਆਂ ਹੁੰਦੀਆਂ ਆ, ਉਹਨਾਂ ਦਾ ਗ੍ਰਾਸ ਰੂਟ ਲੈਵਲ 'ਤੇ ਕਿਸਾਨੀ ਦੀਆਂ ਪ੍ਰੈਕਟਿਸਿਸ ਦੇ ਨਾਲ ਤਾਲਮੇਲ ਜਿਹੜਾ ਬਣਨਾ ਆ ਉਹ ਅਜੇ ਵੀ ਪੂਰਾ ਨਹੀਂ ਬਣ ਸਕਿਆ। ਪਿਛਲੇ ਜਦੋਂ ਤੋਂ ਹੀ PAU ਆਪਣੀ ਹੋਂਦ ਵਿੱਚ ਆਈ ਹੈ, ਪਿਛਲੇ 40-50 ਸਾਲ ਤੋਂ ਉਹ ਕੰਮ ਕਰ ਰਹੇ ਨੇ, ਅਤੇ ਉਹਦੀ ਹਿਸਟਰੀ ਹੈ, ਉਹਦਾ ਪੰਜਾਬ ਦੇ ਹੁਣ ਤੱਕ ਦੇ ਇਕਨੋਮਿਕ ਸੰਤੁਲਨ ਦੇ ਵਿੱਚ ਬਹੁਤ ਵੱਡਾ ਥਾਂ ਆ। ਜੋ ਸਾਡੀ ਹੁਣ ਇਸ ਵੇਲੇ ਆਮਦਨ ਹੈਗੀ ਆ, ਇਸ ਕ੍ਰੌਪ ਪੈਟਰਨ ਦੇ ਰਾਹੀਂ ਜੋ ਕਿਸਾਨ ਅਰਨ ਕਰ ਰਿਹਾ ਆ, ਉਹਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਯੋਗਦਾਨ ਆ। ਜਿਹੜੀਆਂ ਵੀ ਉਹਨਾਂ ਨੇ ਟੈਕਨੋਲੋਜੀਕਲ ਇਨਪੁਟਸ ਦਿੱਤੀਆਂ ਨੇ ਵਿੱਚ, ਜਾਂ ਸਾਇੰਸ ਦੇ ਨੁਕਤੇ ਤੋਂ, ਚਾਹੇ ਉਹ ਪਲਾਂਟ ਬਰੀਡਰਸ ਨੇ ਅਟਵਾਲ ਸਾਹਿਬ ਤੋਂ ਲੈ ਕੇ, ਜੇ ਕਿਸੇ ਨੇ ਕਣਕ ਦੇ ਵਿੱਚ ਕੰਮ ਕੀਤਾ ਆ, ਝੋਨੇ 'ਚ ਕੰਮ ਕੀਤਾ ਆ, ਬਾਗਬਾਨੀ 'ਚ ਕੀਤਾ ਆ, ਡੇਅਰੀ 'ਚ ਕੀਤਾ ਆ, ਜਾਂ ਹੋਰ ਜਿਹੜੇ ਵੀ ਸਹਾਇਕ ਧੰਦੇ ਆ, ਫਿਸ਼ ਦੇ ਵਿੱਚ ਆ, ਪਿਗਰੀ ਦਾ ਵੀ ਕੰਮ ਚੱਲ ਰਿਹਾ, ਜਾਂ ਜਿਹੜਾ ਮੁਰਗੀਆਂ ਦਾ ਹੋਰ ਪਾਲਣ ਪੋਸ਼ਣ ਹੈ, ਇਹਦੇ ਨਿੱਕੀ ਨਿੱਕੀ ਚੀਜ਼ਾਂ ਤੱਕ ਉਹਨਾਂ ਨੇ, ਔਰ ਬਹੁਤ ਸਾਰੀਆਂ ਫਸਲਾਂ ਹੋਰ ਜਿਹੜੇ ਇਸ ਵਕਤ ਉੱਥੇ ਡਾਇਰੈਕਟਰ ਸਾਹਿਬ ਨੇ ਰਿਸਰਚ ਦੇ ਉਹਨਾਂ ਦੱਸਿਆ ਕਿ ਜੇ ਪੂਰੇ ਪੰਜਾਬ ਦੇ ਵਿੱਚ ਸਿਰਫ 1000 ਏਕੜ ਵੀ ਕੋਈ ਫਸਲ ਬੀਜੀ ਜਾ ਰਹੀ ਆ ਤਾਂ ਉੱਤੇ ਵੀ ਰਿਸਰਚ ਯੂਨੀਵਰਸਿਟੀ ਕਰਵਾਉਂਦੀ ਹੈ, ਅਤੇ ਬਹੁਤ ਸਾਰਾ ਕੰਮ ਉਹਨਾਂ ਨੇ ਕੀਤਾ ਹੋਇਆ ਕਿ ਸਾਡੀਆਂ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਐਸੀਆਂ ਥਾਵਾਂ ਨੇ ਜਿੱਥੇ ਕੁਝ ਚੀਜ਼ਾਂ ਖਾਸ ਤਰ੍ਹਾਂ ਨਾਲ ਹੋ ਸਕਦੀਆਂ ਨੇ। ਉਸ ਜ਼ਮੀਨ ਦਾ ਸੁਭਾਅ ਆ, ਉਸ ਤੋਂ ਦੇ ਲੋਕਾਂ ਦਾ ਸੁਭਾਅ ਆ, ਜਿਹੜਾ ਉਹਨਾਂ ਦਾ ਕਲਚਰਲ ਅਤੇ ਜਿਹੜਾ ਜ਼ਮੀਨ ਦਾ ਤਾਲਮੇਲ ਆ, ਉਹਦੇ ਰਾਹੀਂ ਕੁਝ ਖਾਸ ਚੀਜ਼ਾਂ ਉੱਥੇ ਹੀ ਪੈਦਾ ਹੋ ਸਕਦੀਆਂ। ਜਿਵੇਂ ਰਿਆੜਕੀ ਦਾ ਗੁੜ ਮਸ਼ਹੂਰ ਆ, ਉੱਥੋਂ ਦੇ ਮਾਂਹ ਵੀ ਮਸ਼ਹੂਰ ਆ, ਕਿਸੇ ਇਲਾਕੇ ਦੇ ਮੂੰਗੀ ਮਸ਼ਹੂਰ ਹੋ ਸਕਦੀ ਹੈ, ਕਿਸੇ ਇਲਾਕੇ ਦੀ ਮੱਕੀ, ਜੇ ਹੁਸ਼ਿਆਰਪੁਰ ਦੇ ਵਿੱਚ ਮੱਕੀ ਆ, ਅੰਬ ਆ, ਮਾਲਵੇ ਦੇ ਵਿੱਚ ਕਿੰਨੂ ਹੋ ਰਿਹਾ, ਹੋਰ ਕਈ ਚੀਜ਼ਾਂ ਹੋ ਰਹੀਆਂ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਛੋਟੇ ਛੋਟੇ ਪੋਕਟਸ ਬਣ ਸਕਦੇ ਆ, ਜਿਨ੍ਹਾਂ ਦੇ ਵਿੱਚੋਂ ਖਾਸ ਤਰ੍ਹਾਂ ਨਾਲ ਖਾਸ ਫਸਲਾਂ ਹੋ ਸਕਦੀਆਂ। ਹੁਣ ਸਾਰੇ ਪੰਜਾਬ ਦੇ ਵਿੱਚ ਇੱਕੋ ਤਰ੍ਹਾਂ ਦਾ ਕ੍ਰੌਪ ਪੈਟਰਨ ਇਹ ਤੋਂ ਬਾਹਰ ਨਿਕਲਣ ਦੇ ਵਿੱਚ ਇਹ ਚੀਜ਼ਾਂ ਮਦਦ ਕਰਦੀਆਂ। ਇਹ ਸਾਰੇ ਐਨਾਲਿਸਿਸ ਜਿਹੜੇ ਨੇ ਯੂਨੀਵਰਸਿਟੀ ਕਰਦੀ ਰਹਿੰਦੀ ਹੈ, ਅਤੇ ਉਹਨਾਂ ਦੀ ਜਨਰਲਾਈਜੇਸ਼ਨ ਨਹੀਂ ਹੋ ਰਹੀ। ਅਤੇ ਇਸ ਮਾਡਲ ਦੇ ਵਿੱਚ ਇਹਦਾ ਇੱਕ ਰਾਹ ਬਣ ਜਾਵੇ, ਇੱਕ ਥਾਂ ਬਣ ਜਾਵੇ ਕਿ ਤਾਲਮੇਲ ਹੋਵੇ, ਜਿਹੜਾ ਬੰਦਾ ਪ੍ਰੈਕਟਿਸ ਕਰ ਰਿਹਾ ਆ ਉਹ ਇਹਦੇ ਵਿੱਚੋਂ ਕੁਛ ਲੈ ਸਕਦਾ ਹੋਵੇ। ਅਤੇ ਅਗਲਾ ਨੁਕਤਾ ਇਹਦੇ ਵਿੱਚ ਹੈਗਾ ਜਿਹੜਾ ਇਕੋਲੋਜੀਕਲ ਬੈਲੈਂਸ ਹੈ, ਜਾਂ ਜਿਹੜਾ ਸੰਤੁਲਨ ਆ ਕੁਦਰਤ ਦਾ, ਉਹ ਇਸ ਮਾਡਲ ਦੇ ਵਿੱਚ ਇੱਕ ਮੱਦ ਹੋਵੇ ਸਾਡੀ, ਜਾਂ ਇੱਕ ਸਾਡੀ ਜ਼ਰੂਰੀ ਚੀਜ਼ ਹੋਵੇ ਕਿ ਅਸੀਂ ਇਕੋਲੋਜੀਕਲ ਬੈਲੈਂਸ ਨੂੰ, ਜਿਹੜਾ ਕੋਈ ਵੀ ਕਿਸਾਨ ਆ ਉਹਦਾ ਮਨ ਨਹੀਂ ਕਰਦਾ ਕਿ ਉਹ ਕੁਦਰਤ ਨੂੰ ਬਰਬਾਦ ਕਰੇ, ਕਿਉਂਕਿ ਉਹ ਕੁਦਰਤ ਦੇ ਵਿੱਚ ਰਹਿਣ ਵਾਲਾ ਬੰਦਾ ਹੁੰਦਾ ਆ, ਪਰ ਉਹਦੀਆਂ ਕਈ ਮਜਬੂਰੀਆਂ ਹੋ ਜਾਂਦੀਆਂ, ਕਈ ਟ੍ਰੈਂਡਸ ਹੁੰਦੇ ਆ, ਕਈ ਵਾਰੀ ਉਹ ਐਨਾਲਿਟੀਕਲ ਅਪਰੋਚ ਨਾਲ ਨਹੀਂ ਚੱਲ ਰਿਹਾ ਹੁੰਦਾ, ਅਤੇ ਕਈ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸਾਨੂੰ ਪਤਾ ਨਹੀਂ ਹੁੰਦਾ ਕਿ ਜਿਹੜੀ ਡੀਪ ਸਟੇਟ ਆ ਉਹ ਸਾਡੇ ਕੋਲੋਂ ਕੀ ਕੁਛ ਕਰਵਾ ਰਹੀ ਹੁੰਦੀ ਹੈ। ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਐਨਾਲਿਟੀਕਲ ਮਾਈਂਡ ਨੂੰ ਵੀ ਨਹੀਂ ਪਤਾ ਲੱਗਦੀਆਂ, ਉਹ ਆਪਾਂ ਜਿਹੜਾ ਕਿਸਾਨ ਬਾਰੇ ਇੱਕ ਬਣੀ ਹੋਈ ਗੱਲ ਆ ਕਿ ਕਿਸਾਨ ਭੋਲਾ ਹੁੰਦਾ ਆ, ਮਾਸੂਮ ਹੁੰਦਾ ਆ, ਉਹ ਸਿੱਧੀ ਤਰ੍ਹਾਂ ਨਾਲ ਡੀਪ ਸਟੇਟ ਦੀਆਂ ਚਲਾਕੀਆਂ ਚਾਲਬਾਜ਼ੀਆਂ ਨੂੰ ਨਹੀਂ ਸਮਝ ਸਕਦਾ ਹੁੰਦਾ। ਇਸ ਕਰਕੇ ਇਹ ਜਿਹੜਾ ਇਕੋਲੋਜੀਕਲ ਬੈਲੈਂਸ ਆ, ਇਹਦੇ 'ਚ ਸੱਚਾਈ ਕਿੰਨੀ ਕੁ ਹੈ ਵੀ ਕਿੰਨਾ ਕੁ ਨੁਕਸਾਨ ਹੁੰਦਾ ਆ ਕਿਸਾਨ ਦੇ ਦੁਆਰਾ, ਇੱਕ ਪੱਖ ਇਹ ਹੈ। ਦੂਸਰਾ ਇਹ ਵੀ ਕਿਸਾਨ ਦੀ ਆਪਣੀ ਕਿੰਨੀ ਕੁ ਮਨਸ਼ਾ ਆ ਕੁਦਰਤ ਦਾ ਨੁਕਸਾਨ ਕਰਨ ਦੀ। ਤੀਸਰਾ ਇਹ ਵੀ ਕਿਸਾਨ ਕੰਟਰੀਬਿਊਟ ਕੀ ਕਰਦਾ ਆ ਇਕੋਲੋਜੀਕਲ ਬੈਲੈਂਸ ਦੇ ਵਿੱਚ, ਕਿੰਨੇ ਮਹੀਨੇ ਉਹ ਆਪਣੀ ਜ਼ਮੀਨ ਨੂੰ ਹਰੀ ਰੱਖਦਾ ਆ, ਕਿੰਨੇ ਮਹੀਨੇ ਉਹ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਆਕਸੀਜਨ ਦੇ ਲੈਵਲ ਵਧਾਉਣ ਦੇ ਵਿੱਚ ਅਤੇ ਹੋਰ ਨਿਊਟਰੀਐਂਟ ਦੇਣ ਦੇ ਵਿੱਚ ਉਹ ਕਿੰਨਾ ਸਮਾਂ ਲਾਉਂਦਾ ਆ, ਅਤੇ ਉਹਨੂੰ ਕਿੰਨਾ ਕੁ ਕ੍ਰੈਡਿਟ ਮਿਲ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਮਨਫੀ ਆ ਐਨਾਲਿਸਿਸ ਦੇ ਵਿੱਚੋਂ। ਨੈਗੇਟਿਵ ਅਪਰੋਚ ਜਿਹੜੀ ਆ ਉਹਦੇ ਨਾਲ ਜਿਹੜੀ ਉਹਦੀ ਨਿਖੇਧੀ ਕਰਨ ਵਾਲਾ ਜਿਹੜਾ ਰਵੱਈਆ ਉਹ ਜ਼ਿਆਦਾ ਚੱਲ ਰਿਹਾ। ਇਸ ਤੋਂ ਬਾਅਦ ਕਿਸਾਨ ਦੇ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਟ ਜਾਂਦੀਆਂ ਨੇ।
ਇਸ ਤੋਂ ਬਾਅਦ ਜਿਹੜਾ ਇਸ ਮਾਡਲ ਦੇ ਵਿੱਚ ਜਿਹੜੀ ਅਸੀਂ ਲੋੜ ਸਮਝਦੇ ਹਾਂ ਵੀ ਕੀ ਆਸਪੈਕਟ ਹੋਣੇ ਚਾਹੀਦੇ ਆ, ਉਹ ਫਿਰ ਅੱਗੇ ਪੋਲਿਸੀ ਅਤੇ ਜਿਹੜੀ ਰਾਜ ਆ ਉਹਦੇ ਕਰਨ ਵਾਲੀਆਂ ਗੱਲਾਂ ਨੇ। ਉਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਇੰਪੋਰਟ ਐਕਸਪੋਰਟ, ਅਤੇ ਉਹ ਕਿਸਾਨ ਦੇ ਹੱਥ ਵਿੱਚ ਨਹੀਂ ਹੈ। ਅਤੇ ਪੰਜਾਬ ਜਿਹੜਾ ਆ ਉਹ ਜਿਸ ਤਰ੍ਹਾਂ ਦੀਆਂ ਕੰਸਟੀਟਿਊਸ਼ਨਲ ਬੰਦੇਜਾਂ ਦੇ ਵਿੱਚ ਬੱਝ ਚੁੱਕਾ ਆ, ਉਹਦੇ ਵਿੱਚ ਪੰਜਾਬ ਦੇ ਸੁਹਿਰਦ ਤੋਂ ਸੁਹਿਰਦ ਨੇਤਾ ਅਤੇ ਚੰਗੀ ਤੋਂ ਚੰਗੀ ਰਾਜਨੀਤਿਕ ਪਾਰਟੀ ਦੇ ਪੱਲੇ ਵੀ ਕੁਛ ਨਹੀਂ ਹੈ, ਕਿਉਂਕਿ ਪੰਜਾਬ ਨੇ ਆਪਣਾ ਸਾਰਾ ਕੁਛ ਸੈਂਟਰ ਨੂੰ ਦੇ ਦਿੱਤਾ ਆ। ਅਤੇ ਇਹਦੇ ਵਿੱਚੋਂ ਇਸ ਸਾਰੇ ਕੁਛ ਦੇ ਵਿੱਚੋਂ ਕੰਸਟੀਟਿਊਸ਼ਨਲ ਲੈਵਲ 'ਤੇ ਕੋਈ ਰਾਹ ਨਿਕਲਣ ਦੀ ਬਹੁਤੀ ਆਸ ਨਹੀਂ ਹੈ, ਕਿਉਂਕਿ ਜਿਹੜਾ ਇੰਪੋਰਟ ਐਕਸਪੋਰਟ ਆ ਉਹ ਸਾਡੀ ਸੂਚੀ ਵਿੱਚ ਨਹੀਂ ਆਉਂਦਾ। ਅਤੇ ਸਟੇਟਾਂ ਦੀ ਜੇ ਕੋਈ ਕਨਫਲਿਕਟ ਹੈ ਵੀ, ਜਿਵੇਂ ਖੇਤੀ ਕਾਨੂੰਨ ਆ ਬਣਾਇਆ ਅਤੇ ਸਟੇਟ ਲਿਸਟ ਵਿੱਚ ਜਾ ਕੇ ਸੈਂਟਰ ਨੇ, ਜੇ ਇਹਦੀ ਕੋਈ ਲੀਗਲ ਜਾਂ ਲਿਟੀਗੇਸ਼ਨ ਵਾਲੇ ਪਾਸੇ ਪਿਆ ਵੀ ਜਾਏਗਾ ਤਾਂ ਸੁਪਰਸੀਡ ਸੈਂਟਰ ਕਰਦਾ ਹਮੇਸ਼ਾ। ਹੁਣ ਤੱਕ ਜਿੰਨੇ ਵੀ ਮਸਲੇ ਖੜ੍ਹੇ ਹੋਏ ਨੇ ਸਟੇਟ ਦੇ ਸੈਂਟਰ ਦੇ, ਜੇ ਸੈਂਟਰ ਸਟੇਟ ਲਿਸਟ ਵਿੱਚੋਂ ਕਿਸੇ ਵਿਸ਼ੇ ਉੱਤੇ ਸਬਜੈਕਟ ਬਣਾ ਦਿੰਦਾ ਆ ਕਾਨੂੰਨ, ਤਾਂ ਸੁਪਰਸੀਡ ਸੈਂਟਰ ਹੀ ਕਰਦਾ ਆ, ਅਤੇ ਸਟੇਟ ਦੇ ਕੋਲ ਕੋਈ ਅਧਿਕਾਰ ਹੈ ਨਹੀਂ ਐਜ਼ ਸੱਚ। ਸਿਰਫ ਦਿਖਾਉਣ ਲਈ, ਖਾਨਾ ਪੂਰਤੀ ਲਈ ਸਟੇਟ ਲਿਸਟ ਵਿੱਚ ਕੁਛ ਚੀਜ਼ਾਂ ਨੇ। ਖੇਤੀ ਸਟੇਟ ਲਿਸਟ ਵਿੱਚ ਕਾਨੂੰਨ ਸੈਂਟਰ ਨੇ ਬਣਾਇਆ। ਇੰਪੋਰਟ ਐਕਸਪੋਰਟ ਦੀ ਲੋੜ ਹੈ ਜੇਕਰ ਖੇਤੀ ਨੂੰ, ਤਾਂ ਫਿਰ ਇਹਦੇ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਉਹ ਸੈਂਟਰ ਕੋਲ ਹੈ। ਪੰਜਾਬ ਸਿਵਾਏ ਇੱਕ ਛੋਟੀ ਜਿਹੀ ਡਿਮਾਂਡ ਕਰਨ ਤੋਂ ਇਹਦੇ ਵਿੱਚ ਹੋਰ ਕੁਛ ਕਰ ਨਹੀਂ ਸਕਦਾ। ਤਾਂ ਹੁਣ ਜਿਹੜਾ ਖੇਤੀ ਮਾਡਲ ਬਣਨਾ ਚਾਹੀਦਾ ਆ, ਉਹਦੇ ਵਿੱਚ ਇਸ ਚੀਜ਼ ਦੇ ਜਿਹੜੇ ਕਿੰਨੇ ਕੁ ਅਖਤਿਆਰ ਅਸੀਂ ਲੈ ਸਕਦੇ ਹਾਂ, ਅਤੇ ਇਹਦਾ ਖੇਤੀ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਆ ਉਹਦੇ ਅਜੇ ਹੋਰ ਆਸਪੈਕਟ ਜਾਗਣ ਵਾਲੇ ਆ। ਇੱਕ ਹੋਰ ਨੁਕਤਾ ਹੈਗਾ ਫੂਡ ਪ੍ਰੋਸੈਸਿੰਗ ਦਾ। ਤਾਂ ਫੂਡ ਪ੍ਰੋਸੈਸਿੰਗ ਆਪਣੇ ਆਪ ਦੇ ਵਿੱਚ ਜੇ ਛੋਟੇ ਲੈਵਲ 'ਤੇ ਛੋਟੇ ਕਿਸਾਨ ਨੇ ਕਰਨੀ ਹੋਵੇ ਤਾਂ ਉਹ ਛੋਟੀਆਂ ਚੀਜ਼ਾਂ ਕਰ ਸਕਦਾ ਹੈ। ਕਮਾਦ ਤੋਂ ਗੁੜ ਬਣਾ ਲਏਗਾ, ਦਾਲ ਜੇ ਸਾਬਤ ਹੈ ਤਾਂ ਵੱਡੀ ਗੱਲ ਉਹਨੂੰ ਦਲ ਦੇਗਾ, ਜਾਂ ਫਿਰ ਛੋਲਿਆਂ ਦਾ ਉਹ ਵੇਸਣ ਬਣਾ ਦੇਗਾ। ਉਸ ਤੋਂ ਅੱਗੇ ਜੇ ਉਹਨੇ ਕੋਈ ਹੈਵੀ ਇੰਡਸਟਰੀ ਦੇ ਵਿੱਚ ਜਾਣਾ ਆ ਤਾਂ ਫਿਰ ਉਹਨੂੰ ਇੰਡਸਟਰੀਅਲ ਡਿਵੈਲਪਮੈਂਟ ਦੇ ਵਿੱਚ ਜਾਣਾ ਪੈਂਦਾ ਹੈ। ਤਾਂ ਫੂਡ ਪ੍ਰੋਸੈਸਿੰਗ ਵੀ ਪਾ ਲਾ ਕੇ ਇੱਕ ਸਟੇਟ ਦੇ ਦੁਆਰਾ ਉਹਦੀ ਪੈਟਰਨੇਜ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਇਸ ਕਰਕੇ ਜਿਹੜੀਆਂ ਮੈਂ ਹੁਣ ਤੁਹਾਨੂੰ ਸਾਰੀਆਂ ਗੱਲਾਂ ਕਰ ਰਿਹਾ, ਇਹ ਉਹ ਗੱਲਾਂ ਨੇ ਜਿਹੜੀਆਂ ਅਸੀਂ ਸਟੇਟ ਕੋਲੋਂ ਕਰਵਾਉਣੀਆਂ ਨੇ। ਜੇ ਨਹੀਂ ਕਰਵਾਈਆਂ ਜਾਣਗੀਆਂ ਤਾਂ ਫਿਰ ਇਹਨਾਂ ਗੱਲਾਂ ਦੇ ਕਰਨ ਤੋਂ ਬਿਨਾਂ ਸਸਟੇਨੇਬਲ ਜਾਂ ਜਿਹੜਾ ਇਹ ਆਪਾਂ ਬਣਾ ਰਹੇ ਹਾਂ ਵੀ ਐਸਾ ਮਜ਼ਬੂਤ ਖੇਤੀ ਦਾ ਢਾਂਚਾ ਪੰਜਾਬ ਵਿੱਚ ਹੋਵੇ ਜਿਹਦੇ ਨਾਲ ਖੇਤੀ ਬਚ ਜਾਵੇ ਅਤੇ ਕਿਸਾਨ ਜਿਹੜੇ ਕਿਸਾਨੀ ਕਰਦੇ ਰਹਿਣ। ਖੇਤੀ ਤਾਂ ਹੁੰਦੀ ਰਹੇਗੀ ਪਰ ਕਿਸਾਨ ਖੇਤੀ ਨਹੀਂ ਕਰਨਗੇ। ਜਿਸ ਤਰ੍ਹਾਂ ਦੇ ਕਾਨੂੰਨ ਆ ਰਹੇ, ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜੋ ਸਰਕਾਰ ਦਾ ਰਵੱਈਆ ਆ, ਕਿਸਾਨ ਨਹੀਂ ਖੇਤੀ ਕਰਨਗੇ। ਖੇਤੀ ਤਾਂ ਹੋਏਗੀ, ਕਾਰਪੋਰੇਟ ਵਰਲਡ ਖੇਤੀ ਕਰੇਗਾ, ਅਤੇ ਹੈਵੀ ਇੰਡਸਟਰੀ ਲਾਉਣ ਦੇ ਉਹਨਾਂ ਕੋਲ ਲਾਇਸੈਂਸ ਹੈਗੇ ਨੇ ਔਰ ਆਲਰੇਡੀ ਉਹ ਫੂਡ ਪ੍ਰੋਸੈਸਿੰਗ ਕਰ ਰਹੇ ਨੇ। ਵੇਰਕਾ ਮਰ ਰਿਹਾ ਹੈ ਪੰਜਾਬ ਵਿੱਚ ਅਤੇ ਅਮੂਲ ਵੱਧ ਰਿਹਾ ਹੈ ਪੰਜਾਬ ਵਿੱਚ। ਇਹਦਾ ਦੂਜਾ ਆਸਪੈਕਟ ਇਹ ਵੀ ਹੈ ਕਿ ਅਮੂਲ ਵੀ ਖੇਤੀਬਾੜੀ ਦੀ ਪ੍ਰੋਸੈਸਿੰਗ ਨਾਲ ਜੁੜਿਆ ਹੋਇਆ, ਪਰ ਉਹਦੀਆਂ ਪੋਲਿਸੀਜ਼ ਦੇਖਣੀਆਂ ਚਾਹੀਦੀਆਂ ਵੀ ਜਿਹੜੀ ਪੰਜਾਬ ਦੀ ਸਾਡੀ ਇੱਕ ਆਪਣੀ ਐਡੀ ਵੱਡੀ ਯੂਨਿਟ ਹੈ ਉਹਨੂੰ ਮਾਰ ਕੇ ਅਤੇ ਗੁਜਰਾਤ ਦੀ ਇੱਕ ਯੂਨਿਟ ਨੂੰ ਇੱਥੇ ਕਿਵੇਂ ਸਕਸੈਸ ਦਵਾਈ ਜਾ ਰਹੀ ਹੈ। ਤਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੀ ਜੁੜੀਆਂ ਹੋਈਆਂ ਨੇ। ਉਸ ਤੋਂ ਅਗਲਾ ਨੁਕਤਾ ਹੈਗਾ ਵਪਾਰ ਦਾ। ਵਪਾਰ ਹੁਣ ਤੱਕ ਜੇ ਪੰਜਾਬ ਦੇ ਫੋਕਲੋਰ ਨੂੰ ਵੀ ਦੇਖੀਏ ਤਾਂ ਜਿਹੜਾ ਫੋਕਲੋਰ ਆ ਉਹਦੇ ਵਿੱਚ ਜੱਟ ਅਤੇ ਬਾਣੀਆਂ ਜਿੰਨੀਆਂ ਵੀ ਸਾਡੀਆਂ ਬੋਲੀਆਂ ਆ, ਲੋਕ ਗੀਤ ਆ, ਉਹਨਾਂ 'ਚ ਦੇਖਦੇ ਹਾਂ ਵੀ ਜੱਟ ਅਤੇ ਬਾਣੀਆਂ ਦਾ ਉਹਦੇ ਵਿੱਚ ਆਪਸ ਵਿੱਚ ਤਾਲਮੇਲ ਵੀ ਹੈ। ਇੱਕ ਦੂਜੇ ਤੋਂ ਬਿਨਾਂ ਇਹਨਾਂ ਦਾ ਕੰਮ ਵੀ ਨਹੀਂ ਚੱਲਦਾ। ਦੋਵੇਂ ਇੱਕ ਦੂਜੇ 'ਤੇ ਨਿਰਭਰ ਨੇ ਅਤੇ ਦੋਵੇਂ ਇੱਕ ਦੂਜੇ ਦੇ ਨਾਲ ਮੁਕਾਬਲੇ ਵਿੱਚ ਵੀ ਨੇ। ਅਤੇ ਅਕਸਰ ਹੀ ਮੇਲੇ 'ਚ ਜੱਟ ਅਤੇ ਬਾਣੀਆਂ ਲੜਦੇ ਨੇ ਬੋਲੀਆਂ ਵਿੱਚ, ਅਤੇ ਬਾਣੀਆਂ ਜੱਟ ਨੂੰ ਢਾਹ ਲੈਂਦਾ ਹੈ। ਜੱਟ ਨੂੰ ਕਹਿੰਦਾ ਮੈਨੂੰ ਉੱਠ ਲੈਣ ਦੇ ਫਿਰ ਮੈਂ ਤੇਰੀ ਖਬਰ ਲਊਂਗਾ। ਪਰ ਹੁਣ ਇਹ ਇੱਕ ਬੋਲੀ ਨਹੀਂ ਆ, ਇਹ ਇੱਕ ਕਿਸਮ ਦਾ ਕਹਿ ਲਓ ਵੀ ਬਹੁਤ ਵੱਡਾ ਹਿੱਸਾ ਆ ਜਿਹਦੇ ਸਾਡੇ ਕਲਚਰ ਦੇ ਵਿੱਚ ਇਸ ਤਰ੍ਹਾਂ ਦੀ ਉਹ ਥਾਂ ਆ ਕਿ ਵਪਾਰੀ ਦੇ ਅੱਗੇ ਜੱਟ ਦੀ ਕੋਈ ਵਾਹ ਪੇਸ਼ ਨਹੀਂ ਹੈ। ਤਾਂ ਹੁਣ ਕਿਸਾਨ ਜਿਹੜਾ ਆ ਉਹ ਕੇਵਲ ਕਿਸਾਨੀ ਨਾ ਕਰੇ, ਉਹ ਥੋੜ੍ਹਾ ਜਿਹਾ ਵਪਾਰਕ ਚੀਜ਼ਾਂ ਵੀ, ਵਪਾਰਕ ਕਲਚਰ ਜਾਂ ਵਪਾਰਕ ਜਿਹੜੇ ਇੰਸਟਿੰਕਟ ਆ ਉਹ ਆਪਣੇ ਵਿੱਚ ਲੈ ਕੇ ਆਉਣੀ ਪਵੇਗੀ ਉਹਨੂੰ, ਤਾਂ ਹੀ ਉਹ ਇਸ ਸਾਰੇ ਮੁਕਾਬਲੇ ਦੇ ਵਿੱਚ ਆ ਸਕੇਗਾ ਜੋ ਹੁਣ ਚੱਲ ਰਿਹਾ ਆ। ਉਹਨੂੰ ਖੁਦ ਵਪਾਰੀ ਬਣਨਾ ਪਏਗਾ। ਅਤੇ ਇਹਦੇ ਲਈ ਬਹੁਤ ਸਾਰੇ ਐਸੇ ਤਜਰਬੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਕਰ ਵੀ ਲਏ ਨੇ, ਜਿਨ੍ਹਾਂ ਨੇ ਖੁਦ ਮਾਰਕੀਟ ਪੈਦਾ ਕੀਤੀ ਹੈ ਆਪਣੀ ਚੀਜ਼ਾਂ ਦੀ। ਉਹਨਾਂ ਨੇ ਕੁਆਲਿਟੀ ਪ੍ਰੋਡਕਟ ਪੈਦਾ ਕੀਤਾ ਹੈ। ਉਹ ਕਿਸਮਾਂ ਬੀਜੀਆਂ ਨੇ ਜਿਨ੍ਹਾਂ ਦੀ ਨਿਊਟ੍ਰੀਐਂਟ ਵੈਲਿਊ ਜ਼ਿਆਦਾ ਆ ਅਤੇ ਜਿਨ੍ਹਾਂ ਦੇ ਉੱਤੇ ਖਾਦਾਂ ਸਪਰੇਆਂ ਦੀ ਲੋੜ ਘੱਟ ਪਈ ਆ। ਅਤੇ ਹੁਣ ਦੀ ਜਿਹੜੀ ਕੌਨਸ਼ੀਅਸਨੈਸ ਆ, ਜਿਹੜਾ ਸ਼ਹਿਰ ਦੇ ਵਿੱਚ ਬੈਠਾ ਬੰਦਾ ਆ, ਉਹ ਵੀ ਚਾਹੁੰਦਾ ਹੈ ਕਿ ਮੈਨੂੰ ਘੱਟ ਜ਼ਹਿਰੀਲੀਆਂ ਚੀਜ਼ਾਂ ਮਿਲਣ, ਅਤੇ ਉਹ ਸਿੱਧੀ ਮਾਰਕੀਟ ਜਿਹੜੀ ਆ ਉਹ ਬਣ ਰਹੀ ਆ। ਕਿਸਾਨ ਜਿਹੜਾ ਆ ਉਹ ਸਿੱਧਾ ਹੀ ਬਹੁਤ ਸਾਰੀਆਂ ਚੀਜ਼ਾਂ
ਦੁੱਧ ਔਰ ਜਿਹੜਾ ਇਹ ਮੱਕੀ, ਚੌਲ ਅਤੇ ਕਣਕ, ਗੁੜ, ਕੁਛ ਚੀਜ਼ਾਂ ਨੇ ਜਿਹੜੀਆਂ ਉਹ ਸਿੱਧੀਆਂ ਹੀ ਆਪਣੇ ਗਾਹਕਾਂ ਨੂੰ ਦੇ ਰਿਹਾ। ਇਸੇ ਤਰ੍ਹਾਂ ਸਬਜ਼ੀਆਂ ਦੇ ਜਿਹੜੇ ਛੋਟੇ ਕਿਸਾਨ ਆ ਉਹ ਸਬਜ਼ੀਆਂ ਦੇ ਵਿੱਚ ਕਰ ਸਕਦੇ ਆ ਕਿ ਜਿਹੜੇ ਸਾਡੇ ਯਾਰਡਸ ਹੈਗੇ ਆ ਸਬਜ਼ੀਆਂ ਦੇ ਬਣੇ ਹੋਏ, ਸ਼ੈੱਡ ਬਣੇ ਹੋਏ ਆ, ਜਿਹੜੇ 12 ਮਹੀਨਿਆਂ 'ਚੋਂ ਸਿਰਫ ਇੱਕ ਦੋ ਮਹੀਨਾ ਕਣਕ ਵੇਲੇ ਅਤੇ 1-2 ਮਹੀਨਾ ਚੌਲਾਂ ਵੇਲੇ, ਝੋਨੇ ਵੇਲੇ ਜਿਹੜੇ ਚੱਲਦੇ ਆ, ਉਹਨਾਂ ਨੂੰ ਵਰਤਿਆ ਜਾ ਸਕਦਾ ਆ ਇਸ ਪੱਖ ਤੋਂ। ਅਤੇ ਕਿਸਾਨ ਜਿਹੜੇ ਆਪਣੀਆਂ ਪੈਲੀਆਂ ਦੇ ਬੰਨੇ ਵੀ ਛੋਟੀਆਂ ਜਿਹੜੀਆਂ ਦੁਕਾਨਾਂ ਬਣਾ ਕੇ ਇਹ ਚੀਜ਼ਾਂ ਨੂੰ ਵੇਚ ਸਕਦੇ ਆ। ਸਿੱਧੀ ਮਾਰਕੀਟ ਵਪਾਰ ਦੇ ਵਿੱਚ ਕਿਸਾਨ ਨੂੰ ਸਿੱਧਾ ਆਉਣਾ ਪਏਗਾ। ਹੁਣ ਤਾਂ ਕਿਸਾਨ ਇਹ ਕਰਦਾ, ਜੇ ਉਹਨੇ ਗਾਜਰ ਬੀਜੀ ਆ ਤਾਂ ਉਹ ਮੰਡੀ ਜਾ ਕੇ ਗਾਜਰ ਵੇਚ ਆਉਂਦਾ। ਕਿਸਾਨ ਜਿਹੜਾ ਮੰਡੀ 'ਚ ਗਾਜਰ ਵੇਚਦਾ 2.5-3 ਰੁਪਏ ਤੋਂ ਲੈ ਕੇ 5 ਤੋਂ 7 ਰੁਪਏ ਤੱਕ, ਉੱਥੇ ਇੱਕ ਫੜੀ ਵਾਲਾ ਬੈਠਾ ਹੈ ਜਿਹੜਾ ਉਸੇ ਵੇਲੇ ਉਹਨੂੰ 10 ਤੋਂ 12-15 ਰੁਪਏ ਤੱਕ ਵੇਚ ਦਿੰਦਾ ਹੈ। ਅਤੇ ਉਹੀ ਮਾਰਕੀਟ ਵਿੱਚ ਆ ਕੇ ਜਿਹੜੀ ਗਾਜਰ ਆ ਉਹ 20 ਰੁਪਏ ਤੱਕ ਚਲੀ ਜਾਂਦੀ ਆ ਅਤੇ ਆਮ ਲੋਕਾਂ ਨੂੰ ਉਹ 20 ਰੁਪਏ ਦੀ ਮਿਲਦੀ ਆ। ਅਤੇ ਵਿੱਚ ਜਿਹੜਾ ਇਹ ਸਾਰਾ ਸਿਸਟਮ ਆ ਉਹਦੇ ਵਿੱਚ ਜਿਹੜਾ ਕਸਟਮਰ ਆ ਉਹਨੂੰ ਸਗੋਂ ਵੱਧ ਪੇ ਕਰਨਾ ਪੈ ਰਿਹਾ ਹੈ। ਅਤੇ ਕਿਸਾਨ ਪੱਖੀ ਅਤੇ ਕਸਟਮਰ ਪੱਖੀ ਦੋਵੇਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਦੇਖਣੀਆਂ, ਜੋ ਸ਼ੀਨਾ ਸਾਹਿਬ ਦੀ ਅਪਰੋਚ ਹੈ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਇਹ ਫੈਕਟਰ ਹੈ ਕਿ ਜਿਹੜੀ ਸਾਡੀ ਪੋਲਿਸੀ ਹੋਵੇ ਇਸ ਤਰ੍ਹਾਂ ਦੀ, ਉਹ ਕਿਸਾਨ ਪੱਖੀ ਵੀ ਹੋਵੇ ਅਤੇ ਕਸਟਮਰ ਪੱਖੀ ਵੀ ਹੋਵੇ। ਉਸ ਤੋਂ ਅਗਲਾ ਪੱਖ ਹੈਗਾ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਜਿਹੜੇ ਆ। ਰਾਜਨੀਤਿਕ ਪਾਰਟੀਆਂ ਪੰਜਾਬ ਦੇ ਪ੍ਰਤੀ, ਕਿਸਾਨਾਂ ਦੇ ਪ੍ਰਤੀ ਵਫਾਦਾਰ ਨਹੀਂ ਰਹੀਆਂ ਹੁਣ ਤੱਕ। ਨਾਅਰਾ ਉਹਨਾਂ ਦਾ ਜੋ ਮਰਜ਼ੀ ਹੋਵੇ, ਮਖੌਟਾ ਉਹਨਾਂ ਦਾ ਜੋ ਮਰਜ਼ੀ ਹੋਵੇ, ਪਰ ਉਹਨਾਂ ਦੀ ਜਿਹੜੀ ਵਫਾਦਾਰੀ ਹੈ ਉਹ ਸਾਬਤ ਨਹੀਂ ਹੋ ਰਹੀ। ਸਿਰਫ ਉਹ ਜਿਉਂਦਾ ਰੱਖ ਰਹੀਆਂ ਨੇ ਕਿਸਾਨ ਨੂੰ, ਪਰ ਉਹਦੇ ਭਲੇ ਦੇ ਲਈ ਲੌਂਗ ਟਾਈਮ ਪੋਲਿਸੀਜ਼ ਅਤੇ ਜਾਂ ਉਹਨਾਂ ਦੇ ਏਜੰਡੇ ਜਿਹੜੇ ਆ ਉਹ ਨਹੀਂ ਹੈਗੇ। ਅਤੇ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਫਿਰ ਸਾਡੀ ਕਲਚਰਲ ਅਤੇ ਉਹਦੇ ਵਿੱਚ ਹੀ ਖੜੀਆਂ ਨੇ, ਜਿਹੜੀ ਸਾਡੀ ਬਣਤਰ ਆ, ਸਮਾਜਿਕ ਢਾਂਚਾ ਆ ਉਹਦੇ ਵਿੱਚ। ਅਤੇ ਉਹਨਾਂ ਨੂੰ ਮਜਬੂਰ ਕਰਨ ਦੇ ਲਈ ਵੀ ਸਾਨੂੰ ਚੇਤਨ ਹੋਣਾ ਪਏਗਾ ਕਿ ਅਸੀਂ ਉਹਨਾਂ ਦੇ ਪੋਲਿਸੀ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸ਼ਾਮਲ ਕਰਾਉਣ ਜੋਗੇ ਹੋ ਸਕੀਏ। ਉਸ ਤੋਂ ਅਗਲੀਆਂ 2-3 ਚੀਜ਼ਾਂ ਨੇ ਜਿਹੜੀਆਂ ਮਾਰਕੀਟਿੰਗ ਨਾਲ ਹੀ ਜੁੜੀਆਂ ਨੇ ਅਤੇ ਇਸ ਢਾਂਚੇ ਦਾ ਅਹਿਮ ਪੱਖ ਹੋ ਸਕਦੀਆਂ ਨੇ। ਉਹ ਇਹ ਹੈ ਕਿ ਹਿੰਦੁਸਤਾਨ ਦੀਆਂ ਲੋੜਾਂ ਕੀ ਹੈ ਅਤੇ ਇੰਟਰਨੈਸ਼ਨਲ ਮਾਰਕੀਟ ਦੀਆਂ ਲੋੜਾਂ ਕੀ ਹੈ। ਪੰਜਾਬ ਦਾ ਕਿਸਾਨ ਜਿਹੜਾ ਆ ਉਹ ਹਰ ਇੱਕ ਚੀਜ਼ ਦੇ ਲਈ ਉੱਦਮ ਕਰਨ ਨੂੰ ਤਿਆਰ ਆ, ਪਰ ਜੇਕਰ ਇਸ ਚੀਜ਼ ਨੂੰ ਬਦਲਣਾ ਆ ਜਾਂ ਇਸ ਚੀਜ਼ ਦੇ ਵਿੱਚ ਸ਼ਾਮਲ ਹੋਣਾ ਆ ਤਾਂ ਪਹਿਲਾਂ ਜਿਹੜੀ ਸੱਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ ਹੈ। ਜਿਹੜੇ ਵੀ ਅੰਕੜੇ ਛਪਦੇ ਆ ਕਿੰਨਾ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਆ। ਔਰ ਜਦੋਂ ਕੋਈ ਹੋਰ ਸੰਸਥਾ ਜਿਹੜੀ ਇੰਟਰਨੈਸ਼ਨਲ ਸੰਸਥਾ ਆ ਉਹ ਇੰਡੀਆ ਬਾਰੇ ਰਿਸਰਚ ਕਰਦੀ ਹੈ, ਉਹ ਕਹਿੰਦੀ ਆ ਵੀ ਇੰਡੀਆ ਜਿਹੜਾ ਉਹ ਹੰਗਰ ਰਿਪੋਰਟ ਦੇ ਵਿੱਚ 94 ਸਥਾਨ 'ਤੇ ਆ 117 ਮੁਲਕਾਂ 'ਚੋਂ। ਅਤੇ ਇੰਡੀਆ ਕਹਿ ਰਿਹਾ ਵੀ ਸਾਨੂੰ ਸੈਂਟਰਲ ਪੂਲ ਦੇ ਵਿੱਚ ਪੰਜਾਬ ਤੋਂ ਹੋਰ ਕਣਕ ਝੋਨਾ ਨਹੀਂ ਚਾਹੀਦਾ, ਵੀ ਸਾਡੇ ਕੋਲ ਬਹੁਤ ਇਨਫ ਹੋ ਗਿਆ, ਬਹੁਤ ਜ਼ਿਆਦਾ ਹੋ ਗਿਆ। ਤਾਂ ਸੱਚਾਈ ਹੋ ਰਿਹਾ ਅਤੇ ਪੇਸ਼ਕਾਰੀ ਹੋ ਰਿਹਾ। ਦੂਸਰਾ ਹੈਗਾ ਆ ਵੀ ਜਿਹੜੇ ਇੰਡੀਆ ਦੇ ਬੱਚੇ ਆ ਉਹਨਾਂ ਦੀ ਸਿਹਤ ਕਿੰਨੀ ਕੁ ਇੰਟਰਨੈਸ਼ਨਲ ਸਟੈਂਡਰਡ ਦੇ ਉੱਤੇ ਪੂਰੀ ਆ ਰਹੀ ਆ। ਮਾਲ ਨਿਊਟ੍ਰੀਸ਼ਨ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ 50% ਇੰਡੀਅਨ ਬੱਚੇ ਜਿਹੜੇ ਆ ਉਹਨਾਂ ਨੂੰ ਪੂਰੀ ਪੌਸ਼ਟਿਕ ਖੁਰਾਕ ਨਹੀਂ ਮਿਲ ਰਹੀ। ਅਤੇ ਇਹਦਾ ਮਤਲਬ ਕਿ ਇੰਡੀਆ ਦੀ ਇਹ ਬਹੁਤ ਵੱਡੀ ਇੱਕ ਲੋੜ ਆ। ਪਰ ਇੰਡੀਆ ਦਾ ਐਟੀਟਿਊਡ ਇਹ ਹੈ ਕਿ ਅਸੀਂ ਤੇ ਬਹੁਤ ਆਪਣੇ ਇੰਡੀਪੈਂਡੈਂਟ ਅਤੇ ਸਮਰੱਥ ਹੋ ਗਏ ਹਾਂ ਅਤੇ ਹੁਣ ਸਾਡੇ ਕੋਲ ਜਿਹੜੀ ਪੰਜਾਬ ਤੋਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਦ ਕਿ ਸੱਚਾਈ ਇਹ ਹੈ ਕਿ ਇੰਡੀਆ ਦੀ ਹਾਲੇ ਵੀ ਇਹ ਉਨੀ ਹੀ ਲੋੜ ਹੈ। ਅਤੇ ਇਹਦੇ ਮੁਕਾਬਲੇ 'ਤੇ ਸਾਨੂੰ ਆਪਣਾ ਨੈਰੇਟਿਵ ਵੀ ਦੇਣਾ ਪਏਗਾ ਅਤੇ ਉਹਨੂੰ ਸਾਬਤ ਕਰਨਾ ਪਏਗਾ ਕਿ ਇੰਡੀਆ ਦੀ ਇਹ ਲੋੜ ਹੈ। ਉਸ ਤੋਂ ਅਗਲੀ ਹੈਗੀ ਆ ਵੀ ਇੰਟਰਨੈਸ਼ਨਲ ਮਾਰਕੀਟ ਦੀਆਂ ਕੀ ਲੋੜਾਂ ਨੇ। ਕਈ ਚੀਜ਼ਾਂ ਨੇ ਜਿਹੜੀਆਂ ਬਹੁਤ ਸਾਰੇ ਮੁਲਕਾਂ ਵਿੱਚ ਨਹੀਂ ਹੋ ਸਕਦੀਆਂ। ਇਹ ਫਿਰ ਇੰਪੋਰਟ ਐਕਸਪੋਰਟ ਨਾਲ ਵੀ ਜੁੜੀ ਹੋਈ ਹੈ, ਪਰ ਇਹ ਇੱਕ ਸਟੱਡੀ ਵੀ ਹੈ ਜਿਹੜੀ ਇਹ ਦੱਸਦੀ ਹੈ ਕਿ ਇੰਟਰਨੈਸ਼ਨਲ ਕ੍ਰੌਪਸ ਕਿਹੜੀਆਂ ਨੇ ਜਿਹੜੀਆਂ ਪੰਜਾਬ ਵਿੱਚ ਕਾਮਯਾਬ ਨੇ ਅਤੇ ਉਹਨਾਂ ਨੂੰ ਬੀਜਣ ਤੋਂ ਬਾਅਦ ਉਹਦਾ ਕਿਸ ਤਰ੍ਹਾਂ ਦਾ ਮੰਡੀਕਰਨ ਅਤੇ ਵਪਾਰ ਹੋ ਸਕਦਾ ਹੈ, ਜਿਹਦੇ ਸਿੱਧੇ ਸੰਬੰਧ ਸਾਡੇ ਖੇਤੀਬਾੜੀ ਢਾਂਚੇ ਨਾਲ ਜੁੜੇ ਹੋਏ ਨੇ। ਹੁਣ ਜਿਹੜੀ ਇਹ ਹੈਗੀ ਆ ਅਗਲੀ ਗੱਲ, ਉਹ ਹੈਗੀ ਆ ਕਿਸਾਨ ਕੰਪਨੀਆਂ ਬਣਾਉਣ ਦੀ ਗੱਲ। ਹੁਣ ਤੱਕ ਕਿਸਾਨਾਂ ਨੇ ਇਸ ਚੀਜ਼ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਕੰਪਨੀਆਂ ਕਿਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਬਣ ਰਹੀਆਂ ਨੇ, ਉਹਨਾਂ ਦੀ ਪੰਜਾਬ ਦੇ ਨਾਲ ਕਿੰਨੀ ਕੁ ਸਾਂਝ ਹੈ, ਪੰਜਾਬੀ ਬੋਲੀ ਦੇ ਨਾਲ, ਪੰਜਾਬੀ ਕਲਚਰ ਦੇ ਨਾਲ। ਜਿਹੜੇ ਵੀ ਬੰਦੇ ਇਹ ਕੰਪਨੀਜ਼ ਲੈ ਕੇ, ਛੋਟੀ ਕੰਪਨੀਜ਼, ਚਾਹੇ ਉਹ ਪ੍ਰੋਡਕਸ਼ਨ ਦੇ ਯੂਨਿਟਸ ਨੇ, ਚਾਹੇ ਉਹ ਵਪਾਰ ਦੇ ਯੂਨਿਟ ਨੇ, ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਪੰਜਾਬ ਦੇ ਨਾਲ ਕੀ ਵਫਾਦਾਰੀ ਹੈ, ਇਹ ਇੱਕ ਚੈੱਕ ਕਰਨ ਵਾਲੀ ਗੱਲ ਇਸ ਵੇਲੇ ਬਣ ਚੁੱਕੀ ਹੈ। ਇਹਦੇ ਵਿੱਚੋਂ ਬਹੁਤ ਸਾਰੇ ਕ੍ਰਾਈਸਿਸ ਜਿਹੜੇ ਪੈਦਾ ਹੋ ਰਹੇ ਨੇ ਅਤੇ ਇਹਦੇ ਵਿੱਚ ਜਿਹੜੇ ਪੰਜਾਬੀ ਕਿਸਾਨ, ਖਾਸ ਤੌਰ 'ਤੇ ਜਿਹੜੇ ਐਗਰੀਕਲਚਰ ਨਾਲ ਜੁੜੇ ਹੋਏ ਬੰਦੇ ਨੇ,
ਉਹ ਸਾਰਿਆਂ ਬੰਦਿਆਂ ਨੂੰ ਇਸ ਚੀਜ਼ ਦੇ ਵਿੱਚ ਸ਼ਾਮਲ ਹੋਣਾ ਪਏਗਾ। ਔਰ ਖੁਦ ਜਿਵੇਂ ਬੀਜ ਹੈ, ਬੀਜਾਂ ਦੇ ਉੱਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਕਿੰਨਾ ਪਲੇ ਕੀਤਾ ਆ। ਮਨਸੈਂਟੋ ਨੇ ਬੀਜਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਗੜਬੜ ਕਰ ਦਿੱਤੀ ਹੈ ਕਿ ਉਹ ਸਾਰਾ ਕੁਛ ਹੀ ਆਪਣੇ ਕਬਜ਼ੇ ਹੇਠ ਲੈ ਗਏ ਆ। ਉਹਨਾਂ ਨੂੰ ਸੀਡ ਜਾਇੰਟ ਦਾ ਨਾਂ ਦਿੱਤਾ ਜਾ ਰਿਹਾ। ਤੋ ਜਦ ਤੱਕ ਕੰਪਨੀਜ਼ ਜਿਹੜੀਆਂ ਨੇ ਉਹ ਸਾਡੇ ਬੰਦਿਆਂ ਦੀਆਂ ਨਹੀਂ ਹੋਣਗੀਆਂ, ਸਾਡੇ ਬੰਦੇ ਇਹਨਾਂ ਖੇਤਰਾਂ ਵਿੱਚ ਨਹੀਂ ਜਾਣਗੇ, ਤਦ ਤੱਕ ਉਹ ਖੇਤੀਬਾੜੀ ਦੀ ਸਸਟੇਨੇਬਿਲਿਟੀ ਵਿੱਚ ਕੰਟਰੀਬਿਊਟ ਨਹੀਂ ਕਰਵਾ ਸਕਦੇ ਇਹਨਾਂ ਚੀਜ਼ਾਂ ਦਾ। ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ। ਅਤੇ ਜਿਹੜੇ ਵੀ ਅਸੀਂ ਬੀਜ ਪੈਦਾ ਕਰਨੇ ਆ, ਫਿਰ ਉਹਨਾਂ ਬੀਜਾਂ ਦੀ ਅੱਗੇ ਡਿਸਟਰੀਬਿਊਸ਼ਨ ਕਰਨੀ ਆ, ਜਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ, ਜਾਂ ਅੱਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਵੇਚਣਾ ਆ, ਉਹਦੇ ਲਈ ਇਹ ਕੰਪਨੀ ਵਾਲਾ ਜਿਹੜਾ ਕਿਸਾਨ ਕੰਪਨੀ ਵਾਲਾ ਜਿਹੜਾ ਨੁਕਤਾ ਆ, ਉਹ ਮੈਨੂੰ ਲੱਗਦਾ ਕਿ ਇੱਕ ਸਾਡੇ ਲਈ ਅਹਿਮ ਨੁਕਤਾ ਹੋਏਗਾ ਆਉਣ ਵਾਲੇ ਸਮੇਂ 'ਚ, ਜਦੋਂ ਅਸੀਂ ਇਹਦੇ ਹੋਰ ਆਸਪੈਕਟ ਸਟਰਕਚਰਡ ਰੂਪ ਵਿੱਚ ਦੇਵਾਂਗੇ। ਅਤੇ ਉਸ ਤੋਂ ਬਾਅਦ 2-3 ਹੋਰ ਚੀਜ਼ਾਂ ਨੇ ਕਿ ਜਿਹੜੀ ਸਟੈਟਿਸਟਿਕਸ ਹੁੰਦੀ ਆ ਵੀ ਅਸਲ ਦੇ ਵਿੱਚ ਕਿਸ ਫਸਲ ਨੂੰ ਕਿੰਨਾ ਰਕਬਾ ਚਾਹੀਦਾ, ਲੋੜੀਂਦਾ ਆ। ਜੇਕਰ ਇਹਦੇ ਉੱਤੇ ਕੋਈ ਸਾਡਾ ਮਤਲਬ ਸਾਡੀਆਂ ਸਟੱਡੀਜ਼ ਨਹੀਂ ਹੈਗੀਆਂ, ਕੰਟਰੋਲ ਨਹੀਂ ਹੈਗਾ, ਜਾਂ ਇਹਦੇ ਸੰਬੰਧੀ ਸਾਡੀ ਕੋਈ ਭਾਵਨਾ ਨਹੀਂ ਹੈਗੀ, ਕਿਸਾਨਾਂ ਦੀ ਵੀ ਅਤੇ ਵਿਗਿਆਨੀਆਂ ਦੀ ਵੀ ਅਤੇ ਸਰਕਾਰ ਦੀ ਵੀ, ਸਾਰਿਆਂ ਦੀ, ਤਦ ਤੱਕ ਅਸੀਂ ਕਿਸੇ ਚੀਜ਼ ਦਾ ਬੈਲੈਂਸ ਨਹੀਂ ਦੇ ਸਕਦੇ। ਤਾਂ ਸਟੈਟਿਸਟੀਕਲ ਸਾਨੂੰ ਇੱਕ ਤਾਂ ਉਹ ਸਾਰੇ ਜਿਹੜੇ ਸਰਵੇਜ਼ ਉਹ ਸਾਡੇ ਸਾਹਮਣੇ ਹੋਣੇ ਚਾਹੀਦੇ ਆ, ਅਤੇ ਉਹਦਾ ਨਿਯੰਤਰਣ ਕਰਨ ਦੇ ਲਈ ਕੁਛ ਚੀਜ਼ਾਂ ਜਿਹੜੀਆਂ ਨੇ ਪਹਿਲ ਕਦਮੀਆਂ ਕਿਸਾਨਾਂ ਨੂੰ ਵੀ ਕਰਨੀਆਂ ਪੈਣਗੀਆਂ। ਪਰ ਸਭ ਤੋਂ ਵੱਡੇ ਜਿਹੜੀ ਆ ਉਹ ਜਿਹੜੇ ਬੰਦਿਆਂ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਸੁਪਰਵਿਜ਼ਨ ਦੀ ਜਾਂ ਇਹ ਸਾਰੇ ਕੁਛ ਦੀ, ਉਹਨਾਂ ਦੀ ਹੋਏਗੀ। ਕਿਸਾਨ ਜਥੇਬੰਦੀਆਂ ਨੂੰ ਵੀ ਇਹ ਕਰਨਾ ਪਏਗਾ ਕਿ ਉਹ ਜਿਹੜਾ ਉਹਨਾਂ ਦਾ ਕੇਡਰ ਆ ਉਹਦੇ ਤੱਕ ਇਹ ਚੇਤਨਾ ਪਹੁੰਚਾਉਣ ਕਿ ਅਸੀਂ ਇੱਕ ਹੀ ਫਸਲ ਦੇ ਮਗਰ ਪੈ ਕੇ ਉਹਦਾ ਥੱਲੇ ਰਕਬਾ ਵਧਾ ਕੇ ਉਹਦਾ ਸੱਤਿਆਨਾਸ਼ ਕਰ ਰਹੇ ਹਾਂ। ਇਸ ਕਰਕੇ ਜਿਹੜੀ ਬੈਲੈਂਸਡ ਡਿਸਟਰੀਬਿਊਸ਼ਨ ਹੈ ਇਹਦੀ ਸਾਰੇ ਕੁਛ ਦੀ, ਉਹ ਉਪਜ ਦੀ, ਉਹ ਇੱਕ ਜ਼ਰੂਰੀ ਆਸਪੈਕਟ ਆ ਇਸ ਢਾਂਚੇ ਦਾ। ਜਿਹੜਾ ਹੈਗੀਆਂ ਇਹ ਬਹੁਤ ਸਰਲ ਅਤੇ ਸਾਦਾ ਗੱਲਾਂ ਨੇ ਜਿਹੜੀਆਂ ਸਾਨੂੰ ਸਾਰਿਆਂ ਨੂੰ ਉਸ ਤਰ੍ਹਾਂ ਜ਼ਬਾਨੀ ਤੌਰ 'ਤੇ ਚੰਗੀਆਂ ਲੱਗਦੀਆਂ ਨੇ ਜਾਂ ਸਾਡੀ ਚੇਤਨਾ ਵਿੱਚ ਹੈਗੀਆਂ, ਉਹੀ ਗੱਲਾਂ ਕਰ ਰਹੇ ਹਾਂ ਜਿਹੜੀਆਂ ਆਮ ਨੇ ਅਤੇ ਸਾਰੇ ਬੰਦੇ ਇਹ ਕਰ ਰਹੇ ਨੇ। ਪਰ ਹੁਣ ਉਹਨਾਂ ਨੂੰ ਇੱਕ ਸਟਰਕਚਰ ਦੇਣ ਦੀ ਲੋੜ ਆ, ਕਿਉਂਕਿ ਲੋਕ ਗੱਲਾਂ ਕਰ ਰਹੇ ਨੇ ਸਿਰਫ ਵਿਆਹ ਸ਼ਾਦੀਆਂ ਦੇ ਉੱਤੇ ਆਪਸ ਵਿੱਚ ਇਕੱਠੇ ਬਹਿ ਕੇ 10 ਬੰਦੇ ਉੱਥੇ ਹੀ ਛੱਡ ਜਾਂਦੇ ਆ। ਜਦੋਂ ਉਹਨਾਂ ਨੇ ਪ੍ਰੈਕਟਿਸ ਕਰਨੀ ਹੁੰਦੀ ਉੱਥੇ ਲੈ ਕੇ ਨਹੀਂ ਆਉਂਦੇ। ਅਤੇ ਹੁਣ ਜਦੋਂ ਕਿ ਇੱਕ ਮਾਹੌਲ ਬਣ ਚੁੱਕਾ ਹੈ, ਉੱਥੇ ਫਿਰ ਇਹਨਾਂ ਨੂੰ ਇੱਕ ਸਟਰਕਚਰ ਇੱਕ ਬੰਨ੍ਹ ਕੇ ਪੇਸ਼ ਕਰਨ ਦੀ ਲੋੜ ਹੈ ਵੀ ਅਸਲ ਵਿੱਚ ਇਹ ਹੈ ਕਿ ਜੋ ਅਸੀਂ ਗੱਲਾਂ ਸੋਚ ਰਹੇ ਹਾਂ, ਇਹ ਨਹੀਂ ਕਿ ਗੱਲਾਂ ਨਵੀਆਂ ਨੇ ਜਾਂ ਆਪਾਂ ਨੂੰ ਕੋਈ ਰਿਵੀਲ ਹੋ ਗਈਆਂ ਨੇ, ਅਕਾਲ ਪੁਰਖ ਨੇ ਸਿੱਧੀਆਂ ਸਾਨੂੰ ਭੇਜ ਦਿੱਤੀਆਂ, ਐਸੀ ਗੱਲ ਨਹੀਂ ਹੈ। ਇਹ ਸਾਰੀਆਂ ਸੁਸਾਇਟੀ 'ਚੋਂ ਹੀ ਆਈਆਂ ਨੇ ਚੀਜ਼ਾਂ, ਉਹੀ ਆਪਾਂ ਇੱਥੇ ਬੰਨ੍ਹ ਕੇ ਇਕੱਠੀਆਂ ਕਰਕੇ ਪੇਸ਼ ਕਰ ਰਹੇ ਹਾਂ। ਹੁਣ ਜਿਹੜੀ ਹੈਗੀ ਆ ਉਸ ਤੋਂ ਇੱਕ ਹੋਰ ਆਸਪੈਕਟ ਹੈਗਾ ਆ, ਉਹ ਹੈਗਾ ਆ ਪ੍ਰਵਾਸੀਆਂ ਦਾ। ਇਹ ਆਖਰੀ ਨੁਕਤਾ ਹੈ, ਮੈਂ ਕਰਕੇ ਗੱਲ ਆਪਣੀ ਸਮਾਪਤ ਕਰਾਂਗਾ ਕਿ ਜਿਹੜੇ ਸਾਡੇ ਇਸ ਵੇਲੇ ਪੰਜਾਬ ਤੋਂ ਪੈਸੇ ਬਾਹਰ ਜਾ ਰਹੇ ਆ, ਉਹ ਸਾਰੇ ਹੀ ਲਗਭਗ ਮਤਲਬ ਮੈਕਸੀਮਮ ਉਹਦੇ 'ਚੋਂ ਜਿਹੜੇ ਪੈਸੇ ਆ ਉਹ ਖੇਤੀ 'ਚੋਂ ਜਾ ਰਹੇ ਆ। ਉਹਦੇ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਰਹੇ ਆ, ਪੈਸਾ ਵੀ ਜਾ ਰਿਹਾ, ਐਨਰਜੀ ਵੀ ਜਾ ਰਹੀ ਹੈ, ਜਵਾਨੀ ਵੀ ਜਾ ਰਹੀ ਹੈ, ਕਲਚਰ ਦਾ ਵੀ ਲੋਸ ਹੋ ਰਿਹਾ ਹੈ, ਗਿਣਤੀ ਵੀ ਘਟ ਰਹੀ ਹੈ। ਪਰ ਉਹਦੇ ਨਾਲ ਜਿਹੜੀ ਸਭ ਤੋਂ ਮਾੜੀ ਗੱਲ ਇਹ ਹੋ ਰਹੀ ਹੈ ਕਿ ਉਹ ਪੈਸਾ ਵਾਪਸ ਘੁੰਮ ਕੇ ਇੱਥੇ ਆ ਨਹੀਂ ਰਿਹਾ। ਉਹਨਾਂ ਦਾ ਜਿਹੜਾ ਪੈਸਾ ਹੈ, ਬਾਹਰਲੇ ਬੰਦਿਆਂ ਦਾ ਕਮਾਇਆ ਹੋਇਆ ਪੈਸਾ ਆ, ਉਹ ਇੱਥੇ ਆ ਨਹੀਂ ਰਿਹਾ ਵਾਪਸ। ਇੱਥੇ ਆ ਰਿਹਾ ਹੈ ਅਤੇ ਬੜੇ ਲਿਮਟਿਡ ਰੂਪ ਵਿੱਚ ਸਿਰਫ ਕੋਈ ਮਕਾਨ ਬਣਾਉਣ ਲਈ ਆ ਰਿਹਾ ਹੈ। ਉਹ ਖੇਤੀ ਦੀ ਸਪੋਰਟ ਦੇ ਲਈ ਬਹੁਤ ਘੱਟ ਆ ਰਿਹਾ। ਇਹ ਚੀਜ਼ 1952-53 ਤੋਂ ਲੈ ਕੇ 1960-70 ਤੱਕ ਸਰਦਾਰ ਦਲੀਪ ਸਿੰਘ ਸੌਂਦ ਨੇ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਸ਼ਾਇਦ ਕੁਛ ਬੰਦੇ ਉਹਨਾਂ ਦਾ ਨਾਂ ਜਾਣਦੇ ਹੋਣ। ਉਹ ਮੇਰੇ ਪਿੰਡ ਤੋਂ ਸੀਗੇ ਅਤੇ ਅਮਰੀਕਾ ਚਲੇ ਗਏ ਸੀ। ਉੱਥੇ ਜਾ ਕੇ ਉਹਨਾਂ ਨੇ ਐਗਰੀਕਲਚਰ ਦੀ ਪੜ੍ਹਾਈ ਕੀਤੀ ਅਤੇ ਉੱਥੋਂ ਉਹਨਾਂ ਨੂੰ ਇਹ ਸਮਝ ਲੱਗੀ ਕਿ ਸਾਨੂੰ ਜਿਹੜਾ ਕੋਆਪਰੇਟਿਵ ਤਰੀਕੇ ਨਾਲ ਐਗਰੀਕਲਚਰ ਕਰਨੀ ਚਾਹੀਦੀ ਹੈ। ਅਤੇ ਉਹਨਾਂ ਨੇ ਕੁਝ ਸੰਦ ਅਤੇ ਕੁਝ ਫੰਡ ਭੇਜਿਆ ਸੀਗਾ ਕਿ ਇੱਕ ਸਾਂਝਾ ਫੰਡ ਰੱਖਿਆ ਜਾਵੇ, ਉਹਦੇ ਵਿੱਚ ਕੋਈ ਸਾਂਝੇ ਸੰਦ ਰੱਖੇ ਜਾਣ ਜਿਹਦੇ ਨਾਲ ਇਹ ਜਿਹੜੇ ਲੋਕ ਆ ਉਹਨਾਂ ਨੂੰ ਲੋਨ ਘੱਟ ਰੇਟ 'ਤੇ ਮਿਲੇ ਅਤੇ ਜਿਹੜਾ ਉਹਨਾਂ ਨੂੰ ਸੰਦ ਜਿਹੜੇ ਆ ਉੱਥੋਂ ਸਾਂਝੇ ਥਾਂ ਤੋਂ ਮਿਲ ਜਾਣ। ਪਰ ਉਹ ਸਾਡੀਆਂ ਜਿਹੜੀਆਂ ਹੋਰ ਕਈ ਕਲਚਰਲ ਅਤੇ ਸਾਈਕੋਲੋਜੀਕਲ ਪ੍ਰੋਬਲਮ ਸੀਗੀਆਂ, ਉਹਦਾ ਕਰਕੇ ਉਹ ਮਾਡਲ ਬਹੁਤਾ ਸਕਸੈਸਫੁਲ ਨਹੀਂ ਹੋ ਸਕਿਆ। ਪਰ ਹੁਣ ਸਾਨੂੰ ਇੱਥੇ ਆਉਣਾ ਪਏਗਾ ਅਤੇ ਇਹਦੇ ਵਿੱਚ ਜਿਹੜੀ ਸਾਡੀ ਇਨਪੁੱਟ ਆ ਪ੍ਰਵਾਸੀਆਂ ਦੀ, ਉਹ ਬਹੁਤ ਵੱਡਾ ਕੰਟਰੀਬਿਊਟ ਕਰ ਸਕਦੀ ਹੈ। ਇਸ ਵੇਲੇ ਹੋਰ ਸਾਨੂੰ ਕਿਸੇ ਪਾਸਿਓਂ ਪੈਸੇ ਆਉਣ ਦੀ ਆਸ ਨਹੀਂ ਹੈ। ਇਹ ਵਾਲੀ ਧਿਰ ਹੈ ਜਿਹੜੀ, ਉਹਨੂੰ ਇਹਦੇ ਵਿੱਚ ਉਹਨਾਂ ਦੀ ਸੁਹਿਰਦਤਾ ਬਹੁਤ ਆ, ਪੈਸੇ ਉਹ ਬਹੁਤ ਭੇਜਦੇ। ਇਹ ਨਹੀਂ ਕਿ ਪੈਸੇ ਨਹੀਂ ਭੇਜਦੇ, ਪੰਜਾਬ ਪੈਸੇ ਉਹ ਬਹੁਤ ਭੇਜਦੇ ਆ, ਪਰ ਉਹ
ਪੈਸੇ ਭੇਜਣ ਦੇ ਤਰੀਕੇ, ਉਹਦੀ ਅਪਰੋਚ, ਉਹ ਸਾਰੇ ਕੁਛ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਵੀ ਉਹ ਪੈਸੇ ਕਿਸ ਤਰ੍ਹਾਂ ਪੰਜਾਬ ਦੀ ਸਸਟੇਨੇਬਿਲਿਟੀ ਦੇ ਵਿੱਚ ਜਾਣ। ਇਹ ਨਾ ਹੋਵੇ ਕਿ ਅਸੀਂ ਮਕਰਾਣੇ ਦਾ ਪੱਥਰ ਖਰੀਦਣ 'ਤੇ ਉਹਨੂੰ ਖਰਚ ਕਰੀਏ ਅਤੇ ਪੈਸੇ ਮਕਰਾਣੇ ਚਲੇ ਜਾਣ, ਜਾਂ ਉਹ ਪੈਸੇ ਜਿਹੜੀ ਉੱਥੋਂ ਦੀ ਹੈਗੀ ਆ ਮਾਰੂਥਲਾਂ ਦੀ ਮਿੱਟੀ ਆ ਜਿਹੜੀ ਕੱਛ ਦੀ, ਉਹਦੀਆਂ ਟਾਈਲਾਂ ਬਣਾ ਕੇ ਫਿਰ ਪੈਸਾ ਗੁਜਰਾਤ ਭੇਜ ਕੇ ਅਤੇ ਟਾਈਲਾਂ ਲਾ ਦਈਏ ਆਪਣੀਆਂ ਘਰਾਂ ਨੂੰ। ਪੈਸਾ ਪੰਜਾਬ ਦੀ ਚੀਜ਼ਾਂ 'ਤੇ ਇਨਵੈਸਟ ਹੋਣਾ ਚਾਹੀਦਾ। ਉਹ ਪੈਸੇ ਦੀ ਇਨਵੈਸਟਮੈਂਟ ਇੰਡੀਆ ਵਿੱਚ ਹੋ ਰਹੀ ਹੈ, ਪੰਜਾਬ ਵਿੱਚ ਉਹਨੂੰ ਕਿਵੇਂ ਕਰਨਾ ਹੈ, ਪੈਸਾ ਉੱਥੋਂ ਆ ਕੇ ਕਿਸ ਤਰ੍ਹਾਂ ਮਕਰਾਣੇ ਚਲਾ ਜਾਂਦਾ, ਇਹ 'ਤੇ ਮੈਂ ਡਿਟੇਲ 'ਚ ਨਹੀਂ ਜਾਣਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਚਲਾ ਜਾਂਦਾ। ਹੋਰ ਉਸ ਤੋਂ ਬਾਅਦ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਉਹ ਪੈਸਾ ਫਿਰ ਇੱਥੋਂ ਬਾਹਰ ਚਲਾ ਜਾਂਦਾ। ਅਤੇ ਇਹ ਜਿਹੜੀ ਇਹਦੇ ਲਈ ਸਾਨੂੰ ਇਹ ਵਾਲਾ ਜਿਹੜਾ ਮਾਡਲ ਹੈ ਉਹਦੇ ਵਿੱਚ ਥਾਂ ਰੱਖਣੀ ਪਏਗੀ ਅਤੇ ਇਹਦਾ ਇੱਕ ਤਾਲਮੇਲ ਬਣਾਉਣਾ ਪਏਗਾ ਇੰਟਰਨੈਸ਼ਨਲ ਲੈਵਲ 'ਤੇ। ਬਾਕੀ ਹੋਰ ਛੋਟੀਆਂ 3-4 ਚੀਜ਼ਾਂ ਨੇ ਕਿ ਜਿਹੜੀ ਸੰਭਾਲ ਆ ਪਾਣੀ ਦੀ ਅਤੇ ਜ਼ਮੀਨ ਦੀ ਅਤੇ ਸਿਹਤ ਦੀ, ਉਹ ਇਹਦਾ ਇੱਕ ਆਸਪੈਕਟ ਹੈਗਾ ਹੀ ਆ। ਉਹ ਸਾਰੇ ਇਹਦੇ ਮਤਲਬ ਫਿਕਰਮੰਦ ਨੇ, ਪਰ ਵਾਹ ਕੋਈ ਨਹੀਂ ਜਾਂਦੀ, ਇਸ ਕਰਕੇ ਉਹ ਵਿਚਾਰੇ ਕਰ ਨਹੀਂ ਸਕਦੇ ਕੁਛ ਵੀ। ਕਈ ਮਜਬੂਰੀਆਂ ਨੇ ਕਿ ਜੇ MSP ਹੋਰ ਚੀਜ਼ਾਂ 'ਤੇ ਮਿਲਦੀ ਹੋਵੇ ਤਾਂ ਲੋਕ ਹੋਰ ਬੀਜਣ ਨੂੰ ਤਿਆਰ ਨੇ, ਜੇ MSP ਨਾ ਵੀ ਮਿਲਦੀ ਹੋਵੇ, ਕੁਛ ਗੁਜ਼ਾਰੇ ਜੋਗਾ ਭਾਅ 'ਤੇ ਮਿਲਦਾ ਹੋਵੇ। ਜਦੋਂ ਗੁਜ਼ਾਰੇ ਜੋਗਾ ਭਾਅ ਨਹੀਂ ਉਹਦਾ ਤਾਂ ਮਿਲਦਾ, ਫਿਰ ਪ੍ਰੋਬਲਮਸ ਨੇ। ਕਿਸਾਨ ਸਾਰਾ ਕੁਛ ਕਰਨ ਲਈ ਚਾਹਵਾਨ ਹੈ, ਕਿਸਾਨ ਬਹੁਤ ਉਦਮੀ ਹੈ, ਸਾਰਾ ਕੁਛ ਕਰਨ ਦੇ ਲਈ ਉਹਦੇ ਵਿੱਚ ਸਮਰੱਥਾ ਹੈਗੀ ਹਾਲੇ ਵੀ, ਉਹ ਕਰ ਵੀ ਸਕਦਾ, ਕਰਨਾ ਚਾਹੁੰਦਾ ਵੀ ਆ, ਪਰ ਜਿਹੜੇ ਹਾਲਾਤ ਨੇ ਉਹ ਸਾਰੇ ਹੀ ਉਹਦੇ ਖਿਲਾਫ ਨੇ। ਇਸ ਕਰਕੇ ਇਹ ਹਾਲਾਤ ਬਦਲਣ ਲਈ ਸਾਨੂੰ ਇਹ ਸਾਰਾ ਕੁਛ, ਇਹ ਚੀਜ਼ਾਂ ਆਸਪੈਕਟ ਜਿਹੜੇ ਨੇ ਉਹ ਲਿਆਉਣੇ ਪੈਣਗੇ। ਅਤੇ ਇੱਕ ਇਹਦੇ ਵਿੱਚ ਮੇਰਾ ਇੱਕ ਦੋਸਤ ਸੀਗਾ ਅਤੇ ਉਹਨੇ ਮੈਨੂੰ ਇੱਕ ਦਿਨ ਕਿਹਾ, ਕਹਿੰਦਾ ਦੇਖੋ ਜ਼ਮੀਨ ਜਿਹੜੀ ਹੈ ਇਹ ਸਾਨੂੰ ਦਿੰਦੀ ਆ ਅੰਨ, ਦਾਣੇ ਦਿੰਦੀ ਹੈ, ਫਲ ਦਿੰਦੀ ਹੈ, ਸਬਜ਼ੀਆਂ ਦਿੰਦੀ ਹੈ, ਅਤੇ ਵਾਪਸ ਸਿਰਫ ਗੋਹਾ ਕੂੜਾ ਹੀ ਮੰਗਦੀ ਹੈ। ਉਹ ਉਹਨੂੰ ਦੇ ਦਿਓ, ਉਹਦਾ ਚੱਕਰ ਜਿਹੜਾ ਉਹਨੂੰ ਤੋੜਿਆ ਨਾ ਜਾਵੇ। ਜਿਹੜਾ ਜ਼ਮੀਨ ਕੋਲੋਂ ਜੋ ਲਿਆ ਜਾ ਰਿਹਾ ਆ ਉਹਨੂੰ ਮੋੜਨਾ ਕੀ ਕੁਝ ਹੈ, ਉਸ ਚੱਕਰ ਨੂੰ ਹੀ ਬ੍ਰੇਕ ਕਰ ਦਿੱਤਾ ਹੋਇਆ ਹੈ ਜਦੋਂ ਅਸੀਂ ਫਰਟੀਲਾਈਜ਼ਰ ਨੂੰ ਬਾਹਰੋਂ ਇੰਟਰੋਡਿਊਸ ਕਰਾਤਾ ਵਿੱਚ। ਅਤੇ ਪਹਿਲਾਂ ਜਿਹੜਾ ਸੀਗਾ ਸਿਸਟਮ, ਉਹਦੇ ਵਿੱਚ ਅਨਾਜ ਅਸੀਂ ਉਹਦੇ ਕੋਲ ਲੈ ਰਹੇ ਸਾਂ ਅਤੇ ਉਹਦੇ ਰਾਹੀਂ ਜਿਹੜੀਆਂ ਚੀਜ਼ਾਂ ਉਹ ਅਨਾਜ ਬੰਦੇ ਖਾ ਰਹੇ ਸੀ, ਉਹ ਪੱਠੇ ਜਾਨਵਰ ਖਾ ਰਹੇ ਸੀ, ਉਹ ਚੀਜ਼ਾਂ ਵਾਪਸ ਪੈਲੀ ਕੋਲ ਜਾ ਰਹੀਆਂ ਸੀਗੀਆਂ। ਉਹ ਸਿਸਟਮ ਅਸੀਂ ਕਿਤੇ ਨਾ ਕਿਤੇ ਬ੍ਰੇਕ ਕੀਤਾ ਹੋਇਆ ਆ। ਅਸੀਂ ਇਹ ਜਿਹੜਾ ਘਰਾਂ ਦੇ ਵਿੱਚੋਂ ਡੰਗਰ ਵੱਛਾ ਬਾਹਰ ਕੱਢਿਆ ਆ, ਉਹਦੇ ਨਾਲ ਜਿਹੜੀ ਉਹ ਸਰਕਲ ਹੈ ਉਹ ਟੁੱਟ ਗਿਆ ਆ। ਜੋ ਦਾਣੇ ਆ ਰਹੇ ਆ, ਜਿਹੜੀ ਰਹਿੰਦ ਖੂੰਹਦ ਨੂੰ ਅੱਗ ਲੱਗ ਰਹੀ ਹੈ, ਅਤੇ ਵਾਪਸ ਪੈਲੀ ਵਿੱਚ ਜਿਹੜਾ ਆ ਉਹ ਬਾਹਰੋਂ ਲਿਆ ਕੇ ਖਾਦ ਪਾਈ ਜਾ ਰਹੀ ਹੈ। ਤਾਂ ਇਹ ਇੱਕ ਸਰਕਲ ਆ ਜਿਹੜੀ ਬੜੀ ਸਿੰਪਲ ਜਿਹੀ ਗੱਲ ਆ। ਅਤੇ ਇਹ ਸਰਕਲ ਨੂੰ ਦੁਬਾਰਾ ਜਿਉਂਦਾ ਕਰਕੇ ਅਸੀਂ ਜਦੋਂ 8 ਕੁਇੰਟਲ ਕਣਕ ਕੱਢਦੇ ਸੀਗੇ ਕਿੱਲੇ ਦੀ, ਅਤੇ ਜਿੱਥੋਂ ਅਸੀਂ 24-25 ਕੁਇੰਟਲ ਤੱਕ ਗਏ ਹਾਂ, ਅਤੇ ਹੁਣ ਜ਼ਮੀਨ ਦੀ ਤਾਕਤ ਹੀ ਮੁੱਕ ਗਈ ਹੈ। ਉਹ ਫਿਰ ਵਾਪਸ 19, 18, 20 ਇੱਧਰ ਨੂੰ ਆ ਰਹੀ, 20 ਤੋਂ ਅੰਦਰ ਰਹਿ ਰਹੀ ਹੈ। ਮੱਝ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਕਿ ਹੁਣ ਕੋਈ 20 ਤੋਂ ਟੱਪਦੀ ਨਹੀਂ ਕਣਕ ਜਿਹੜੀ ਕਿੱਲੇ ਦੀ ਕੁਇੰਟਲ। ਅਤੇ ਉਹ ਇਸ ਕਰਕੇ ਹੋਇਆ ਕਿ ਅਸੀਂ ਉਹਦਾ ਜ਼ੋਰ ਲਵਾਤਾ ਹੈ ਅਤੇ ਉਹਨੂੰ ਵਾਪਸ ਮੋੜਿਆ ਨਹੀਂ ਕੁਛ। ਉਹ ਮੋੜਨ ਦੇ ਲਈ ਇੱਕ ਚੀਜ਼ ਇਹਦੇ ਵਿੱਚ ਸਾਨੂੰ ਸ਼ਾਮਿਲ ਕਰਨੀ ਪਏਗੀ ਕਿ ਉਹ ਸਰਕਲ ਨੂੰ ਕਿਵੇਂ ਦੁਬਾਰਾ ਜਿਉਂਦਾ ਕਰਨਾ ਹੈ। ਉਹ ਜਿਹੜਾ ਪੂਰਾ ਚੱਕਰ ਹੋ ਜਾਵੇ, ਜੋ ਉਹਦੇ ਕੋਲ ਲਿਆ ਆ ਉਹਦੇ ਵੰਡੇ ਜੋ ਜ਼ਮੀਨ ਦਾ ਬਣਦਾ ਹਿੱਸਾ ਆ, ਜੋ ਉਹਦਾ ਹੱਕ ਹੈ, ਜਿਵੇਂ ਅਸੀਂ ਆਪਣੇ ਘਰ ਦੇ ਜੀਆਂ ਨੂੰ ਉਹਨਾਂ ਦਾ ਹੱਕ ਦਿੰਦੇ ਹਾਂ, ਅਤੇ ਉਹ ਹੱਕ 'ਚ ਦੇਣ ਦਾ ਕੋਈ ਪ੍ਰਬੰਧ ਕਰ ਲਿਆ ਜਾਵੇ। ਅਤੇ ਕਾਫੀ ਚੀਜ਼ਾਂ ਨੇ। ਬਾਕੀ ਇਹ ਇੱਕ ਇਸ ਵੇਲੇ ਦੀ ਮੰਨੀ ਹੋਈ ਗੱਲ ਆਪਾਂ ਕਹਿ ਸਕਦੇ ਹਾਂ ਕਿ ਜਾਂ ਤਾਂ ਰਾਜ ਪ੍ਰਬੰਧ ਦੇ ਤੌਰ 'ਤੇ ਪੰਜਾਬ ਇੰਨਾ ਸਮਰੱਥ ਹੋ ਜਾਵੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਕਾਨੂੰਨ ਬਣਾ ਕੇ ਲਾਗੂ ਕਰ ਸਕਦਾ ਹੋਵੇ, ਜਾਂ ਉਹ ਖੁਦ ਮੁਖਤਿਆਰੀ ਦੇ ਰਾਹ ਪੈ ਜਾਵੇ, ਅਤੇ ਜਾਂ ਫਿਰ ਉਹ ਸਿਆਣਾ ਹੀ ਇੰਨਾ ਹੋ ਜਾਵੇ, ਉਹ ਇੰਡੀਆ ਦੇ ਸਾਹਮਣੇ ਉਹ ਫੈਕਟਸ ਰੱਖ ਸਕੇ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਜੈਨੂਇਨ ਬੰਦੇ ਆ ਉਹ ਪ੍ਰੈਸ਼ਰਾਈਜ਼ ਕਰ ਸਕਣ ਸਟੇਟ ਨੂੰ ਕਿ ਤੁਸੀਂ ਧੱਕਾ ਨਾ ਕਰੋ, ਇੰਡੀਆ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਹਾਲੇ। ਅਤੇ ਬਾਕੀ ਜਿਹੜੀਆਂ ਜੀਓਪੋਲੀਟੀਕਲ ਚੀਜ਼ਾਂ ਨੇ, ਪੰਜਾਬ ਦੀ ਕੀ ਮਹੱਤਤਾ ਆ, ਹੋਰ ਚੀਜ਼ਾਂ ਸਾਰੀਆਂ ਨੇ, ਉਹ ਇਸ ਵੇਲੇ 'ਤੇ ਵਿਸ਼ਾ ਨਹੀਂ ਹੈ। ਪਰ ਸੰਵਾਦ ਲਗਾਤਾਰ ਇਹ ਜਾਰੀ ਹੈ ਕਿ ਪੰਜਾਬ ਦੀ ਜੀਓਪੋਲੀਟੀਕਲ ਸਿਚੁਏਸ਼ਨ ਵੀ ਇੱਕ ਹੈਗੀ ਹੈ ਜਿਹਦਾ ਕਰਕੇ ਪੰਜਾਬ ਨੂੰ ਆਪਣੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਇੰਡੀਆ ਨੂੰ ਪਤਾ ਹੈ ਪੰਜਾਬ ਦੀ ਕੀ ਅਹਿਮੀਅਤ ਹੈ, ਚੀਨ ਨੂੰ ਪਤਾ ਹੈ ਕੀ ਪੰਜਾਬ ਦੀ ਅਹਿਮੀਅਤ ਹੈ, ਪਾਕਿਸਤਾਨ ਨੂੰ ਪਤਾ ਹੈ ਪੰਜਾਬ ਦੀ ਕੀ ਅਹਿਮੀਅਤ ਹੈ, ਰਸ਼ੀਆ ਨੂੰ ਪਤਾ ਹੈ, ਅਮਰੀਕਾ ਨੂੰ ਪਤਾ ਹੈ, ਪਰ ਸਾਨੂੰ ਕਿੰਨਾ ਕੁ ਪਤਾ ਆ, ਇਹ ਇੱਕ ਅਹਿਮ ਗੱਲ ਹੈ। ਜੀਓਪੋਲੀਟੀਕਲੀ ਵੀ ਇੱਕ ਬੜਾ ਵੱਡਾ ਆਸਪੈਕਟ ਆ ਜਿਹੜਾ ਸਾਡੇ ਸਾਹਮਣੇ ਆਉਣਾ ਚਾਹੀਦਾ, ਜਿਸ ਤੋਂ ਬਾਅਦ ਅਸੀਂ ਇਹ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਦੇ ਸੰਬੰਧੀ ਹੋਰ ਗੰਭੀਰ ਵਿਚਾਰ ਕਰ ਸਕਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।